ਸਾਡੇ ਨਾਲ ਮੌਜੂਦ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ, ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ, ਲੀਡਰ ਆਫ ਆਪੋਜੀਸ਼ਨ ਨੇ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ। ਮੇਰੇ ਸਹਿਯੋਗੀ ਪੰਕਜ ਕਪਾਹੀ ਵੀ ਸਾਡੇ ਨਾਲ ਮੌਜੂਦ ਰਹਿਣਗੇ। ਅਸੀਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਬਾਜਵਾ ਜੀ, ਮੈਂ ਉੱਥੇ ਹੀ ਸ਼ੁਰੂਆਤ ਕਰਦਾ ਹਾਂ। ਵਨ ਨੇਸ਼ਨ ਵਨ ਇਲੈਕਸ਼ਨ, ਕਾਂਗਰਸ ਰੈਡੀ ਹੈ ਇਸ ਦੇ ਲਈ? इट इज़ नॉट अ क्वेश्चन कि कांग्रेस रेडी करनी जी, देश रेडी है करनी। ये कांग्रेस की पोल थोड़ा है, ये तो देश की पोल है जी। जी ਤੁਹਾਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸ਼ੁਰੂ ਦੇ ਵਿੱਚ ਸਾਡਾ ਕਨਸਟੀਟਿਊਸ਼ਨ ਬਣਿਆ ਜੀ, ਤੇ ਪਹਿਲੀ ਇਲੈਕਸ਼ਨ ਹਿੰਦੁਸਤਾਨ 'ਚ ਜਿਹੜੀ ਹੋਈ 1952 'ਚ ਹੋਈ ਹੈ, ਤੇ 1952 ਵਿੱਚ ਸਾਈਮਲਟੇਨੀਅਸਲੀ ਪੋਲਸ ਹੋਈਆਂ। ਬਿਲਕੁਲ ਸਾਰੀਆਂ ਅਸੈਂਬਲੀਆਂ ਤੇ ਸਾਰੀ ਪਾਰਲੀਮੈਂਟ ਇਕੱਠੀ ਹੁੰਦੀ ਰਹੀ। ਬਿਲਕੁਲ ਫਿਰ 57 ਦੀ ਪੋਲ ਆਈ, ਸੇਮ ਹੋਇਆ ਜੀ। ਫਿਰ 62 ਚ ਆਈ, ਫਿਰ 67 ਚ ਆਈ। 67 ਚ ਆਈ। 67 ਤੋਂ ਬਾਅਦ ਪਹਿਲੀ ਵਾਰ ਕੀ ਹੁੰਦਾ ਕਿ ਚੰਦ ਅਸੈਂਬਲੀਆਂ ਡਿਸੋਲਵ ਹੁੰਦੀਆਂ ਨੇ 67 68 ਦੇ ਵਿੱਚ। ਬਿਲਕੁਲ ਉਸ ਤੋਂ ਬਾਅਦ ਇਹ ਟ੍ਰੈਂਡ ਟੁੱਟਣਾ ਸ਼ੁਰੂ ਹੋ ਗਿਆ। ਤੇ ਤੁਹਾਨੂੰ ਮੈਂ ਇੰਟਰਸਟਿੰਗ ਇਹ ਦੱਸਣਾ ਚਾਹੁੰਦਾ ਕਿ 1970 ਦੇ ਵਿੱਚ ਇਹ ਪਾਰਲੀਮੈਂਟ ਜਿਹੜੀ ਹੈ ਇਹ ਟੁੱਟ ਜਾਂਦੀ ਹੈ, ਜਲਦੀ ਡਿਸੋਲਵ ਹੁੰਦੀ ਪਹਿਲੀ ਵਾਰ। ਪਹਿਲੇ ਤਾਂ ਸਟੇਟ ਅਸੈਂਬਲੀਆਂ ਡਿਸੋਲਵ ਹੁੰਦੀਆਂ, ਫਿਰ 70 ਦੇ ਵਿੱਚ ਸਾਡੀ ਜਿਹੜੀ 72 ਵਿੱਚ ਪਾਰਲੀਮੈਂਟ ਆਣੀ ਉਹ 70 ਡਿਸੋਲਵ ਹੋ ਜਾਂਦੀ ਹੈ ਜੀ। ਫਿਰ ਜਦੋਂ ਇਲੈਕਸ਼ਨ ਹੁੰਦੀ ਹੈ 71 ਦੇ ਵਿੱਚ, ਇਹ ਲਗਾਤਾਰ ਫਿਰ ਐਕਸਟੈਂਡ ਹੋ ਕੇ 77 ਤੱਕ ਚੱਲਦੀ ਹੈ ਜੀ। ਤੋ ਇਹਦੇ ਵਿੱਚ 6ਵੀਂ 7ਵੀਂ 9ਵੀਂ 11ਵੀਂ ਤੇ 13ਵੀਂ ਜੀ ਇਹ ਜਿੰਨੀਆਂ ਪਾਰਲੀਮੈਂਟ ਹਾਊਸਸ ਬਣੀਆਂ, ਜਿੰਨੀਆਂ ਪਾਰਲੀਮੈਂਟ ਇਲੈਕਸ਼ਨਸ ਹੋਈਆਂ ਨੇ, ਉਹਦੇ ਵਿੱਚ ਕਿਸੇ ਨੇ ਵੀ ਪੂਰੀ ਆਪਣੀ ਟਰਮ ਨਹੀਂ ਕੱਢੀ ਜੀ। 6ਵੀਂ 7ਵੀਂ 9ਵੀਂ 11ਵੀਂ ਤੇ 13ਵੀਂ ਜੀ, ਕੱਲੀ 8ਵੀਂ 10ਵੀਂ 14ਵੀਂ 15ਵੀਂ ਜਿਹੜੀਆਂ ਫੁੱਲ ਟਰਮਸ ਕੱਢੀਆਂ ਨੇ। ਠੀਕ ਹੈ। ਸੋ ਕਹਿਣ ਦਾ ਮਕਸਦ ਇਹ ਕਿ ਆਈਡੀਆ ਚੰਗਾ, ਆਈਡੀਆ ਮਾੜਾ ਨਹੀਂ। ਬਟ ਮੈਂ ਇਹ ਸਵਾਲ ਅੱਜ ਮੋਦੀ ਸਾਹਿਬ ਦੀ ਸਰਕਾਰ ਨੂੰ ਕਰਨਾ ਚਾਹਾਂਗਾ ਕਿ ਜੇ ਇੰਨਾ ਚੰਗਾ ਆਈਡੀਆ ਤੁਹਾਨੂੰ ਸੁਝਿਆ ਤੇ ਇਹ ਤੁਸੀਂ ਆਪਣੀ ਸੈਕੰਡ ਟਰਮ ਤੇ ਪਹਿਲੇ ਸਾਲ 'ਚ ਕਰਦੇ। ਤੁਸੀਂ ਕੁਰਬਾਨੀ ਕਰਦੇ 6 ਮਹੀਨੇ ਸਰਕਾਰ ਚਲਾਉਣ ਤੋਂ ਬਾਅਦ ਕਹਿੰਦੇ ਕਿ ਮੈਂ ਹੁਣ ਫੁੱਲ ਮੈਜੋਰਟੀ ਸਾਨੂੰ ਮਿਲੀ ਹੈ, ਮੈਂ ਦੇਸ਼ ਦੇ ਵਿੱਚ ਸੋ ਦੈਟ ਟਾਈਮ ਬਚ ਸਕੇ, ਖਰਚਾ ਬਚ ਸਕੇ, ਸਿਕਿਉਰਿਟੀ ਦਾ ਖਰਚਾ ਬਚ ਸਕੇ। ਮੈਂ ਚਾਹਾਂਗਾ ਇਹਨੂੰ ਇੰਪਲੀਮੈਂਟ ਕਰਨਾ। ਲਓ, ਮੈਂ ਪਹਿਲੀ ਪਹਿਲ ਕਦਮੀ ਆਪਣੇ ਤੋਂ ਸ਼ੁਰੂ ਕਰਨਾ। ਮੈਂ ਆਪਣੀ ਗਵਰਨਮੈਂਟ ਦੇ 4 ਸਾਲ ਕੁਰਬਾਨ ਕਰਨਾ। ਲੈਟ ਅਸ ਹੈਵ ਜੁਆਇੰਟ ਪੋਲ ਇੱਕੋ ਟਾਈਮ। ਹੁਣ ਤੁਸੀਂ ਅਖੀਰਲੇ ਜਦੋਂ ਤੁਹਾਡੇ ਮਹੀਨੇ ਰਹਿ ਗਏ 6, ਜਿਹੜੇ ਸੂਬਿਆਂ ਦੀਆਂ ਹੁਣੇ ਇਲੈਕਸ਼ਨਸ ਹੋ ਕੇ ਹਟੀਆਂ, ਪੰਜਾਬ ਦੀ 1.5 ਸਾਲ ਹੋ ਗਏ, 1.5 ਸਾਲ ਹੋਇਆ, ਕਰਨਾਟਕਾ ਦੀ ਤੇ 4 ਮਹੀਨੇ ਹੋਏ ਨੇ, ਇਸ ਤਰ੍ਹਾਂ ਗੁਜਰਾਤ ਦੀਆਂ 4 ਮਹੀਨੇ, ਹਿਮਾਚਲ ਦੇ ਅਜੇ ਉਹ 4-4 5-5 ਮਹੀਨੇ 6-6 ਮਹੀਨਿਆਂ ਵਾਲੀਆਂ ਨੇ। ਤੁਸੀਂ ਦੱਸੋ ਉਹਦੇ ਵਿੱਚ ਜਿਨ੍ਹਾਂ ਨੇ ਮੈਂਡੇਟ ਹੁਣੇ ਦਿੱਤਾ ਹੈ, ਆਪਣੀਆਂ ਗਵਰਨਮੈਂਟਸ ਬਣਾਈਆਂ, ਜਿੰਨਾ ਚਿਰ ਸਾਰੀਆਂ ਅਸੈਂਬਲੀਆਂ ਇਹਦੇ ਵਿੱਚ ਤੇ ਸਾਰੀਆਂ ਪਾਰਟੀਆਂ ਦਾ ਮੋਦੀ ਸਾਹਿਬ ਕੌਨਫੀਡੈਂਸ ਨਹੀਂ ਜਿੱਤਣਗੇ, ਉਹਨਾਂ ਚਿਰ ਇਹ ਪੋਲ ਸੰਭਵ ਨਹੀਂ। ਦੇਸ਼ ਰੈਡੀ ਨਹੀਂ ਹੈ, ਮਤਲਬ ਨਹੀਂ, ਦੇਸ਼ ਨਹੀਂ, ਲੋਕ ਹੀ ਤਿਆਰ ਨਹੀਂ। ਲੋਕ ਮਤਲਬ ਤੁਸੀਂ ਕਹਿੰਦੇ ਕਿ ਲੋਕ ਆਪੋਜੀਸ਼ਨ ਦਾ ਕੀ ਕਹਿਣਾ ਹੈ? ਆਪੋਜੀਸ਼ਨ ਦਾ ਕਹਿਣਾ ਹੈ ਕਿ ਬੀਜੇਪੀ ਇਹ ਚਾਹੁੰਦੀ ਹੈ ਜੀ। ਬੇਸਿਕਲੀ ਤੁਹਾਨੂੰ ਪਤਾ ਕਿ ਅਸੈਂਬਲੀਆਂ 'ਚ ਵੋਟਾਂ ਕਿਸੇ ਹੋਰ ਢੰਗ 'ਚ ਪੈਂਦੀਆਂ, ਐਸਟੈਬਲਿਸ਼ਡ ਫੈਕਟ ਹੈ, ਮੁੱਦੇ ਵੱਖਰੇ ਨੇ, ਨੈਸ਼ਨਲ ਪੋਲ 'ਚ ਮੁੱਦੇ ਵੱਖਰੇ ਨੇ। ਠੀਕ ਹੈ। ਬੀਜੇਪੀ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਜਿਉਂ ਦੀ ਇੰਡੀਆ ਅਲਾਇੰਸ ਇਕੱਠੀ ਹੋ ਗਈ ਹੈ। ਇੰਡੀਆ ਅਲਾਇੰਸ ਦਾ ਮੇਨ ਮਨਸੂਬਾ ਇਹ ਸੀ ਕਿ 400 ਸੀਟ 542 ਵਿੱਚੋਂ ਇਹੋ ਜਿਹੀਆਂ ਨੇ, ਜੇ 1 to 1 ਕੰਟੈਸਟ ਹੋ ਜਾਂਦਾ ਆਪੋਜੀਸ਼ਨ ਵਰਸਸ ਬੀਜੇਪੀ, ਬੀਜੇਪੀ ਆਪਣੀ ਮੈਜੋਰਿਟੀ ਲੂਜ਼ ਕਰ ਜਾਂਦੀ ਹੈ। ਇਹ ਮੋਦੀ ਸਾਹਿਬ ਦੇ ਜਿਹੜੇ ਐਕਸ਼ਨਸ ਨੇ ਉਹ ਤੁਹਾਨੂੰ ਸਾਫ਼ ਨਜ਼ਰ ਆਉਂਦੇ ਨੇ। ਇੰਡੀਆ ਅਲਾਇੰਸ ਤੋਂ ਬਾਅਦ ਉਹ ਪੈਨਿਕੀ ਹੋ ਗਏ, ਇੱਕ ਡਿਸੀਜਨ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ। ਇੱਕ ਬਹੁਤ ਵੱਡਾ ਜੂਆ ਖੇਡੇ। ਹੁਣ ਇਹ ਕਰਨਾ ਕੀ ਚਾਹੁੰਦੇ ਨੇ? ਬੇਸਿਕਲੀ ਮੋਦੀ ਸਾਹਿਬ ਨੂੰ ਇਹ ਗਲਤਫਹਿਮੀ ਹੈ ਜੀ, ਸਹੀ ਹੈ ਕਿ ਗਲਤ, ਇਹ ਤੇ ਦੇਸ਼ ਹੀ ਦੱਸੇਗਾ। ਉਹ ਸਮਝਦੇ ਜੇ ਪ੍ਰੈਜ਼ੀਡੈਂਸ਼ੀਅਲ ਪੋਲ ਮੈਂ ਕਰਾ ਦੇਵਾਂ ਜਿਸ ਤਰ੍ਹਾਂ ਅਮਰੀਕਾ 'ਚ ਹੁੰਦਾ ਜੀ, ਪਰਸਨੈਲਿਟੀ ਬੇਸਡ ਹੋ ਜੇ ਤੇ ਸਾਰੇ ਦੇਸ਼ ਦੇ ਵਿੱਚ ਹੋ ਸਕਦਾ ਮੈਜੋਰਿਟੀ ਮੇਰੇ ਨਾਂ ਤੇ ਚੜ੍ਹ ਜਾਏ, ਕਿਉਂਕਿ ਆਪੋਜੀਸ਼ਨ ਅਜੇ ਪਾਰਲੀਮੈਂਟ ਦਾ ਕੋਈ ਆਪਣਾ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਨਹੀਂ ਕੱਢ ਰਹੀ। ਬਿਲਕੁਲ ਹੀ ਵਾਂਟਸ ਕਿ ਇਹ ਜਿਹੜੀਆਂ ਅੱਗੇ ਦੀਆਂ ਇਲੈਕਸ਼ਨਸ ਨੇ ਉਹਦੇ ਨਾਲੋਂ ਜੇ ਪਾਰਲੀਮੈਂਟਰੀ ਫਾਰਮ ਆਫ ਇਲੈਕਸ਼ਨ ਹੋ ਜੇ ਜਿਸ ਤਰ੍ਹਾਂ ਅਮਰੀਕਾ 'ਚ ਹੁੰਦੀ ਹੈ, ਵਨ ਵਰਸਸ ਦੀ ਅਦਰ ਕੈਂਡੀਡੇਟ, ਹੀ ਮੇ ਹੈਵ ਅ ਬੈਟਰ ਚਾਂਸ। ਐਂਡ ਸੈਕੰਡ ਉਹਨਾਂ ਦੇ ਦਿਮਾਗ 'ਚ ਕਿ ਜਿਹੜੀਆਂ ਸਟੇਟ ਜਿਸ ਤਰ੍ਹਾਂ ਹੁਣ 4 ਸੂਬਿਆਂ 'ਚ ਇਲੈਕਸ਼ਨਾਂ ਹੋਣੀਆਂ, ਬਿਲਕੁਲ ਛੱਤੀਸਗੜ੍ਹ 'ਚ ਹੋ ਰਹੀ ਹੈ, ਰਾਜਸਥਾਨ 'ਚ ਹੋ ਰਹੀ, ਮੱਧ ਪ੍ਰਦੇਸ਼ 'ਚ ਹੋ ਰਹੀ, ਇਹ ਬੀਜੇਪੀ ਦੀ ਲੀਡਰਸ਼ਿਪ ਨੂੰ ਪਤਾ ਸੀ ਲੂਜ਼ ਕਰ ਰਹੇ ਇਲੈਕਸ਼ਨਸ, ਸਪੈਸ਼ਲੀ 2 ਤੇ 100% ਸ਼ੋਰ ਨੇ। ਛੱਤੀਸਗੜ੍ਹ 'ਚ ਕਾਂਗਰਸ ਇਜ਼ ਕਮਿੰਗ ਬੈਕ, ਬੀਜੇਪੀ ਇਜ਼ ਲੂਜ਼ਿੰਗ ਇਨ ਮੱਧ ਪ੍ਰਦੇਸ਼, ਦੇਰ ਆਰ ਚਾਂਸਿਸ ਆਫ ਕਾਂਗਰਸ ਰਿਟੇਨਿੰਗ ਰਾਜਸਥਾਨ। ਜੇ ਇਸ ਗੱਲ ਦਾ ਇਫੈਕਟ ਇੰਨਾ ਵੱਡਾ ਹੋਏਗਾ, ਕਰਨਾਟਕਾ ਨਾਲ ਇਹਨਾਂ ਦੇ ਪੈਰ ਉਖੜ ਗਏ ਨੇ। ਜੇ 3 ਅਸੈਂਬਲੀਆਂ ਅਸੀਂ ਜਿੱਤ ਲੈਨੇ ਆ ਤੇ ਫਿਰ ਇਹ ਜੋ ਮਰਜ਼ੀ ਕਰਦੇ ਰਹਿਣ, ਇਹਨਾਂ ਨੂੰ ਪਤਾ ਕਿ ਅਸੀਂ
ਇਹ ਆਪਣੀ ਪਿਛਲੀ ਵਾਰ ਵੀ ਸੇਮ ਇਲੈਕਸ਼ਨ ਸੀ, 2 ਇਨਫੈਕਟ 3 ਅਸੈਂਬਲੀਆਂ ਹਾਰ ਗਈ ਸੀ ਬੀਜੇਪੀ, ਛੱਤੀਸਗੜ੍ਹ, ਰਾਜਸਥਾਨ, ਉਸ ਤੋਂ ਬਾਅਦ 2019 ਦੀ ਇਲੈਕਸ਼ਨ ਜਿੱਤ ਗਏ ਹੋ। ਨਹੀਂ ਤੁਸੀਂ ਨਹੀਂ ਇਹਦਾ ਬਹੁਤ ਫਰਕ ਪੈਂਦਾ ਜੀ। ਇਹ 2018 ਚ ਸੇਮ ਹੋਏ ਨੇ, ਰਾਜਸਥਾਨ ਹਾਰ ਗਏ, ਛੱਤੀਸਗੜ੍ਹ ਹਾਰ ਗਏ, ਇਨਫੈਕਟ ਮੱਧ ਪ੍ਰਦੇਸ਼ ਹਾਰ ਗਏ ਸੀ, ਬਾਅਦ ਚ ਸਰਕਾਰ ਉੱਥੇ ਬਦਲ ਗਈ, ਪਰ 2019 ਚ ਬੀਜੇਪੀ ਸਰਕਾਰ ਬਣਾਉਣ ਚ ਕਾਮਯਾਬ ਉਹ ਹੋਏਗੀ ਉਸ ਟਾਈਮ। ਬਟ ਹੁਣ ਹਾਲਾਤ ਵਿਗੜੇ ਨੇ, ਅਨਐਮਪਲੋਇਮੈਂਟ, ਪ੍ਰਾਈਸ ਰਾਈਜ਼ ਬਹੁਤ ਜ਼ਬਰਦਸਤ ਹੈ, ਇੰਟਰਨਲ, ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਰਐਸਐਸ ਤੇ ਇੰਟਰਨਲ ਬੀਜੇਪੀ ਦੀ ਲੀਡਰਸ਼ਿਪ ਵੀ ਬਹੁਤ ਹੱਦ ਤੱਕ ਇਹਨਾਂ ਦੀ 2 ਆਦਮੀਆਂ ਦੀ ਲੀਡਰਾਂ ਦੀ ਜੋੜੀ ਦੇ ਖੁਸ਼ ਨਹੀਂ ਹੈ ਨਾਲ। ਜੇ ਹਾਲਾਤ ਇਹੋ ਜਿਹੇ ਬਣਨਗੇ ਤੁਸੀਂ ਵੇਖੋਗੇ ਬਹੁਤ ਸਾਰੀਆਂ ਚੇਂਜਸ ਆਉਂਦੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਕੋਲ ਇੱਥੇ ਆਣਗੇ। ਤੁਸੀਂ ਇੰਡੀਆ ਅਲਾਈਅੰਸ ਦਾ ਜ਼ਿਕਰ ਕੀਤਾ, ਪੰਜਾਬ ਇੰਡੀਆ ਅਲਾਈਅੰਸ ਨੂੰ ਲੈ ਕੇ ਤਿਆਰ ਹੈ? ਕਾਂਗਰਸ ਤਿਆਰ ਹੈ ਇੰਡੀਆ ਅਲਾਈਅੰਸ ਨੂੰ ਲੈ ਕੇ? ਨਹੀਂ, ਅਸੀਂ ਤਿਆਰ ਹਾਂ, ਬਟ ਸਾਡਾ ਫਰਕ ਹੈ ਜਿਹੜਾ ਸਾਡਾ ਸਟੇਟ ਯੂਨਿਟ ਹੈ, ਦੇयर इज अ ਵਾਸਟ ਡਿਫਰੈਂਸ। ਅਸੀਂ ਇਸ ਟਾਈਮ ਵੀ ਆਰ ਦੀ ਮੇਨ ਆਪੋਜੀਸ਼ਨ ਪਾਰਟੀ ਇਨ ਪੰਜਾਬ, ਨੰਬਰ 1 ਤੇ ਆਪ ਹੈ, ਨੰਬਰ 2 ਤੇ ਅਸੀਂ ਆਪਣੀ ਪਾਰਟੀ ਲੀਡਰਸ਼ਿਪ ਨੂੰ ਇਹ ਗੱਲ ਦੱਸੀ ਹੈ ਕਿ ਜੇ ਅਸੀਂ ਲਗਾਤਾਰ 1.5 ਸਾਲ ਤੋਂ ਲਗਾਤਾਰ ਇਹਨਾਂ ਦੀ ਵਿਰੋਧਤਾ ਕਰਦੇ ਆ ਰਹੇ ਹਾਂ, ਇਹਨਾਂ ਦੀ ਐਂਟੀ ਪੰਜਾਬ ਪਾਲਿਸੀਜ਼ ਦੀ ਵਿਰੋਧਤਾ ਕਰਦੇ ਆ ਰਹੇ ਹਾਂ, ਜੇ ਅਸੀਂ ਇੱਕੋ ਪਲੇਟਫਾਰਮ ਤੇ ਜਾਂਦੇ ਹਾਂ ਤਾਂ ਵੀ ਬਿਕਮ ਅ ਪਾਰਟ ਆਫ ਦ ਰੂਲਿੰਗ ਅਲਾਈਅੰਸ, ਫਿਰ ਤੇ ਆਪੋਜੀਸ਼ਨ ਦੀ ਸਪੇਸ ਕੋਈ ਹੋਰ ਪਾਰਟੀ ਲਏਗੀ। ਤੇ ਜੇ ਅਸੀਂ ਆਪਣੀ ਵੇਖੋ, ਅਸੀਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਜਿਸ ਤਰ੍ਹਾਂ ਕੇਰਲਾ ਦੇ ਵਿੱਚ ਸੀਪੀਐਮ ਤੇ ਕਾਂਗਰਸ ਅੱਜ ਵੀ ਆਪਸ ਚ ਲੜਨਗੀਆਂ ਪਾਰਲੀਮੈਂਟ, ਠੀਕ ਹੈ, ਅਲਟੀਮੇਟਲੀ ਜਿੰਨੇ ਉਹਨਾਂ ਦੇ ਐਮਪੀ ਜਿੱਤਣਗੇ ਉਹ ਐਂਟੀ ਬੀਜੇਪੀ ਅਲਾਈਅੰਸ ਹੀ ਰਹਿਣਗੇ। ਅਸੀਂ ਕਿਹਾ ਸਾਡੀ ਇਲੈਕਸ਼ਨ ਇਸ ਤਰ੍ਹਾਂ ਹੀ ਰਹਿਣ ਦਿਓ ਆਪ ਦੇ ਨਾਲ। ਅਰਵਿੰਦ ਕੇਜਰੀਵਾਲ ਕਹਿ ਰਹੇ, ਕਹਿੰਦੇ ਪੂਰੇ ਦੇਸ਼ 'ਚ ਸੀਟ ਸ਼ੇਅਰਿੰਗ ਹੋਏਗੀ, ਪੰਜਾਬ ਦਾ ਵੀ ਉਸ ਦੇ ਵਿੱਚ ਜ਼ਿਕਰ ਆ ਗਿਆ। ਤੁਸੀਂ ਵੇਖੋ, ਮੈਂ ਤੁਹਾਨੂੰ ਪਹਿਲੇ ਆਪਾਂ ਕੇਰਲਾ ਤੋਂ ਹੀ ਚੱਲ ਪਈਏ। ਅਰਵਿੰਦ ਕੇਜਰੀਵਾਲ ਜੀ ਜਿਹੜੇ ਨੇ ਉਹ ਜੋ ਮਰਜ਼ੀ ਕਹਿੰਦੇ ਰਹਿਣ, ਆਪਾਂ ਪ੍ਰੈਕਟੀਕਲ ਗੱਲ ਕਰੀ, ਕੇਰਲਾ ਦੇ ਵਿੱਚ देयर इज नो ਸੀਟ ਸ਼ੇਅਰਿੰਗ। ਮਤਲਬ ਮੈਂ ਥੋੜੇ ਸੌਖੇ ਸ਼ਬਦਾਂ 'ਚ ਆਪਣੇ ਦਰਸ਼ਕਾਂ ਨੂੰ ਸਮਝਾਵਾਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ 13 ਸੀਟਾਂ ਤੇ ਆਮ ਆਦਮੀ ਪਾਰਟੀ ਲੜੇ, 13 ਤੇ ਕਾਂਗਰਸ ਲੜੇ, ਫਿਰ ਜਿਹੜੀਆਂ ਸੀਟਾਂ ਜਿੱਤੀਆਂ ਹੋਣਗੀਆਂ ਉਹ ਅਲਾਈਅੰਸ ਦਾ ਪਾਰਟ ਹੋਵੇ। ਉਹ ਬਿਲਕੁਲ, ਅੱਛਾ, ਮੈਂ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਤੁਸੀਂ ਵੋਟ ਸੇਮ ਜਗ੍ਹਾ ਕਰੋਗੇ। ਹਾਂ, ਮੈਂ ਇੱਕ ਹੋਰ ਤਰਕ ਦੇ ਰਿਹਾ, ਕੇਰਲਾ ਦੇ ਵਿੱਚ ਭਾਜਪਾ ਹੈ ਨਹੀਂ, ਇਹ ਅਲਾਈਅੰਸ ਬੇਸਿਕਲੀ ਬੀਜੇਪੀ ਦੇ ਅਗੇਂਸਟ ਬਣੀ, ਠੀਕ ਹੈ, ਤੁਸੀਂ ਸਭ ਬੀਜੇਪੀ ਨੂੰ ਰੋਕਣ ਵਾਸਤੇ। ਕੇਰਲਾ ਦੇ ਵਿੱਚ ਜਾਂ ਸੀਪੀਐਮ ਹੈ ਰੂਲਿੰਗ ਪਾਰਟੀ, ਜਾਂ ਉੱਥੇ ਕਾਂਗਰਸ ਹੈ ਅਲਾਈਅੰਸ। ਪੰਜਾਬ 'ਚ ਵੀ ਮੇਰਾ ਮੰਨਣਾ ਹੈ ਕਿ ਜਾਂ ਆਪ ਹੈ ਜਾਂ ਕਾਂਗਰਸ ਹੈ, ਤੀਜੇ ਨੰਬਰ ਤੇ ਅਕਾਲੀ ਦਲ ਤੇ ਚੌਥੇ ਨੰਬਰ ਤੇ ਭਾਜਪਾ ਹੈ। ਬਿਲਕੁਲ, ਤੋਂ ਇਸ ਗੱਲ ਕਾਰਨ ਇਨ 4 ਕਾਰਨਰ ਕੰਟੈਸਟ ਵੀ ਸਟੈਂਡ ਅ ਵੈਰੀ ਗੁੱਡ ਚਾਂਸ। ਕੁਝ ਅਸੀਂ ਜਿੱਤਾਂਗੇ, ਕੁਝ ਆਪ ਵਾਲੇ ਜਿੱਤ ਲੈਣਗੇ, ਰਹਿਣਗੇ ਕੁਝ। ਅਸੀਂ ਆਪਣੀ ਜਗ੍ਹਾ ਜਿਹੜਾ ਸਾਡਾ ਕਾਡਰ ਵੇਖੋ ਇਸ ਟਾਈਮ ਬਿਲਕੁਲ ਤਿਆਰ ਨਹੀਂ, ਲੇਕਿਨ ਵੋਟ ਡਿਵਾਈਡ ਹੋ ਜਾਏਗੀ ਨਾ, ਜਿਹੜੀ ਵੋਟ ਡਿਵਾਈਡ ਹੋ ਜਾਏਗੀ ਉਹ ਵੀ ਜਾਏਗੀ ਤੇ ਇਹਦੇ ਚ ਭਾਜਪਾ ਨੂੰ ਕੁਝ ਨਹੀਂ ਲੱਭਣਾ। ਡਿਵੀਜ਼ਨ ਦੇ ਵਿੱਚ ਵੀ ਜਲੰਧਰ ਦੇ ਵਿੱਚ ਚਲੋ ਠੀਕ ਹੈ, ਅਸੀਂ ਜਿੱਤੇ ਸੀ, ਸਾਡਾ ਸਿਟਿੰਗ ਐਮਪੀ ਸੀ, ਅਸੀਂ ਹਾਰ ਗਏ, ਆਪ ਨੇ ਸਾਡੀ ਜਗ੍ਹਾ ਲੈ ਲਈ, 2 ਨੰਬਰ ਤੇ ਅਸੀਂ ਚਲੇ ਗਏ, ਬਟ ਭਾਜਪਾ ਚੌਥੇ ਤੇ ਰਹੀ ਹੈ। ਸਾਡਾ ਕਹਿਣ ਦਾ ਮਕਸਦ ਹੈ ਕਿ ਸਾਡੀ ਲੜਾਈ ਭਾਜਪਾ ਨਾਲ। ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਤੋਂ ਬਾਅਦ ਇਹ ਸਾਰੀ ਜਿਸ ਗੱਲ ਦਾ ਗੌਰਵ ਜ਼ਿਕਰ ਕਰ ਰਹੇ ਸੀ ਕਿ ਇਹ ਸੀਟਾਂ ਇਕੱਠੀਆਂ ਹੋ ਜਾਣਗੀਆਂ, ਮਤਲਬ ਜੇ ਤੁਸੀਂ 5 ਉਸ ਅਲਾਈਅੰਸ ਦਾ ਮਤਲਬ ਇਹ ਹੈ ਕਿ ਆਲ ਇੰਡੀਆ ਲੈਵਲ ਤੇ ਜਦੋਂ ਕੋਈ ਗਵਰਨਮੈਂਟ ਬਣੇਗੀ, ਇਹ ਸਾਰੇ ਐਂਟੀ ਬੀਜੇਪੀ ਉਸ ਅਲਾਈਅੰਸ ਦਾ ਹਿੱਸਾ ਹੋਣਗੇ, ਸਰਕਾਰ ਬਣਾ। ਤੁਹਾਨੂੰ ਲੱਗਦਾ ਹਾਈ ਕਮਾਂਡ ਇਸ ਗੱਲ ਨੂੰ ਮੰਨੇਗੀ? ਕਿਉਂਕਿ ਭਗਵੰਤ ਮਾਨ ਨੂੰ ਪੁੱਛਿਆ, ਉਹਨਾਂ ਦੀ ਸਟੇਟਮੈਂਟ ਤੁਸੀਂ ਕਹਿੰਦੇ ਅਮਰੂਦਾਂ 'ਚ ਨਹੀਂ, ਬਾਜਵਾ ਸਾਹਿਬ ਨੂੰ ਕੌਣ ਪੁੱਛਦਾ? ਤੁਸੀਂ ਮੇਰੀ ਗੱਲ ਸੁਣ ਲਓ, ਤੁਸੀਂ ਮੈਨੂੰ ਹੁਣ ਭਗਵੰਤ ਮਾਨ ਨਾਲ ਜਾਓ, ਚੰਗੇ ਰਹੋਗੇ। ਨਹੀਂ, ਮੈਂ ਪੁੱਛ ਰਿਹਾ ਤਾਂ, ਮੈਂ ਤੁਹਾਨੂੰ ਕਹਿ ਰਿਹਾ ਭਗਵੰਤ ਮਾਨ ਨੂੰ ਛੱਡੀਏ। ਭਗਵੰਤ ਮਾਨ ਨੂੰ ਇਸ ਟਾਈਮ ਪਤਾ ਹੈ ਕਿ ਦੇ ਆਰ ਔਨ ਅ ਵੀਕਰ ਵਿਕਟ, ਡੇ ਬਾਏ ਡੇ ਸਟੇਟ ਗਵਰਨਮੈਂਟ ਲੂਜ਼ ਕਰ ਰਹੀ ਹੈ, ਭਾਵੇਂ EMPLOYEES ਤੇ ਜਿਹੜਾ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ, ਹੜ੍ਹਾਂ ਨਾਲ ਹੋਇਆ, ਕੰਪਨਸੇਸ਼ਨ ਨਹੀਂ ਆ ਰਹੀ, ਜੋ ਅੱਜ ਪਟਵਾਰੀਆਂ ਨਾਲ ਹੋ ਰਿਹਾ, ਜੋ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਸੈਟਬੈਕ ਹੈ ਹਾਈ ਕੋਰਟ ਦਾ, ਡੇ ਬਾਏ ਡੇ ਦੇ ਆਰ ਲੂਜ਼ਿੰਗ ਪਰਸੈਪਸ਼ਨ, ਕਾਂਗਰਸ ਇਜ਼ ਗੇਨਿੰਗ। ਅਸੀਂ ਆਪਣੀ ਉਹ ਜਿਹੜੀ ਅੱਛੀ ਪੋਜੀਸ਼ਨ ਹੈ, ਜਿਹੜੀ ਅਸੀਂ ਰਿਟਰੀਵ ਕਰ ਰਹੇ ਹਾਂ, ਜਿਹੜੀ ਅਸੀਂ ਲੂਜ਼ ਕੀਤੀ ਸੀ ਗਰਾਊਂਡ, ਵੇਖੋ ਪਿਛਲੀ ਵਾਰ ਅਸੀਂ 78 ਤੇ ਸੀ, 2017 ਚ ਇਹ 22 ਤੇ ਸੀ, ਹੁਣ ਇਹ 92 ਤੇ ਅਸੀਂ 18 ਤੇ ਆ। ਸੋ ਅਸੀਂ ਗੇਨ ਕਰ ਰਿਹਾ। ਮੈਂ ਇਹ ਸਮਝਣਾ ਕਿ ਅੱਜ ਅਸੀਂ 24% ਸਾਨੂੰ ਵੋਟ ਪਈ ਸੀ, ਅਸੀਂ ਹੁਣ 32-33% ਤੇ ਆ, ਇਹ 42 ਤੋਂ 30 ਤੇ ਆ ਗਏ ਨੇ। ਤੋ ਇਸ ਗੱਲ ਕਰਨ ਮੁਕਾਬਲਾ ਸਾਡਾ ਤੇ ਆਪ ਦਾ ਹੀ ਹੋਣਾ ਹੈ। ਇਹਦੇ ਵਿੱਚ 13 ਸੀਟਾਂ ਦੇ ਵਿੱਚੋਂ ਮੈਂ ਪਰਸੈਂਟੇਜ ਕਰਕੇ ਮੈਂ ਪੁੱਛਣਾ, 13 ਦੇ ਵਿੱਚੋਂ ਤੁਹਾਡਾ ਦਾਵਾ ਕਿੰਨੀਆਂ ਸੀਟਾਂ ਤੇ? ਨਹੀਂ ਵੇਖੋ, 13 ਦੇ ਵਿੱਚ ਇਹ ਤੇ ਮੌਕੇ ਤੇ 4 ਕਾਰਨਰਡ ਕੰਟੈਸਟ ਦੇ ਵਿੱਚ ਯੂ ਕੈਨ ਨੈਵਰ ਨੋ, ਬਟ ਮੈਂ ਸਮਝਣਾ ਵੀ ਆਰ ਕੰਫਰਟੇਬਲ ਔਨ ਅਰਾਊਂਡ 8 to 9 ਸੀਟਸ। 8 ਤੋਂ 9 ਤੁਹਾਡੀ ਮਤਲਬ ਇਹ ਇੱਕ ਪ੍ਰੈਡਿਕਸ਼ਨ ਹੋਗੀ ਕਿ ਜੇ ਕਰੰਟ ਅੱਜ ਇਲੈਕਸ਼ਨ ਹੁੰਦੇ ਨਾ 13 ਚੋਂ 8-9 ਸੀਟਾਂ 8-9 ਸੀਟਾਂ ਤੇ ਕਾਂਗਰਸ ਆਉਂਦੀ ਇਸ ਟਾਈਮ ਅੱਗੇ ਹੈ। ਠੀਕ ਹੈ, ਇੱਕ ਬਾਜਵਾ ਸਾਹਿਬ ਇੱਕ ਜਿਹੜੀ ਗੱਲ ਹੈ ਇਸ ਸਮੇਂ ਲੋਕਾਂ ਨੂੰ ਵੀ ਨਜ਼ਰ ਆ ਰਹੀ ਹੋਏਗੀ,
ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਉਹ ਐਕਸੈਪਟ ਕਰ ਰਹੀ ਹੈ ਕਿ ਠੀਕ ਹੈ ਜੇ ਸਾਡੀ ਅਲਾਈਅੰਸ ਹੋ ਰਿਹਾ ਜਾਂ ਸਾਡੀ ਟਾਪ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਤਾਂ ਠੀਕ ਹੈ। ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਕਸਪਰਸਨ ਨੇ ਜਾਂ ਲੀਡਰ ਨੇ ਇਨਫੈਕਟ ਸਾਡੇ ਨਾਲ ਵੀ ਗੱਲਬਾਤ ਕਰਦੇ ਹੋਏ ਔਨ 에ਅਰ ਔਨ ਰਿਕਾਰਡ ਇਹ ਗੱਲ ਕਰਦੇ ਨੇ, ਹਾਂਜੀ ਸਾਡਾ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨਾਲ ਅਲਾਈਅੰਸ। ਤੁਸੀਂ ਨਹੀਂ ਕਰਦੇ ਉਹ ਗੱਲ, ਮਤਲਬ ਕਾਂਗਰਸ ਨਹੀਂ ਉਹ ਕਰਦੀ ਗੱਲ। ਤੁਸੀਂ ਗੱਲ ਨਹੀਂ ਸਮਝਦੇ, ਉਹ ਘੋੜ ਸਵਾਰ ਨੇ ਜੀ। ਉਹਨਾਂ ਨੂੰ ਸਾਡੀ ਮਦਦ ਦੇ ਨਾਲ ਉਹ ਆਪਣਾ ਟੈਸਟ ਵੀ ਪਾਸ ਕਰ ਦਿੰਦੇ ਨੇ, ਉਹਨਾਂ ਦੀ ਜਿਹੜੀ ਐਂਟੀ ਇਨਕੰਬੈਂਸੀ ਉਹਨੂੰ ਬੱਕ ਕਰ ਜਾਂਦੇ ਨੇ ਜੀ, ਉਹਨਾਂ ਨੂੰ ਐਡਵਾਂਟੇਜ ਆ ਜਾਂਦੀ ਹੈ। ਸਾਡੇ ਲੋਕ ਜੇ ਰਲ ਕੇ ਲੜਦੇ ਨੇ ਤੇ ਓਬਵੀਅਸਲੀ ਦੇ ਆਰ ਇਨ ਦੀ ਗਵਰਨਮੈਂਟ। ਸਾਡਾ ਕਾਡਰ ਉਹਦੇ ਰਲਣ ਦੇ ਜ਼ਿਆਦਾ ਚਾਂਸਸ ਹੈ ਨੇ, ਤੁਸੀਂ ਮੇਰੀ ਸਮਝਦੇ ਹੋ ਕਿ ਨਹੀਂ ਜੀ? ਸੋ ਵੀ ਡੋਂਟ ਵਾਂਟ ਕਿ ਸਾਡਾ ਕਾਡਰ ਵੀ ਨਹੀਂ ਚਾਹੁੰਦਾ, ਕਿਉਂਕਿ ਜਿਸ ਕਿਸਮ ਦਾ ਥੱਲੜੇ ਲੈਵਲ ਤੱਕ ਦੇ ਆਰ ਨਾਟ ਸਿੰਸੀਅਰ, ਤੁਸੀਂ ਸਮਝਦੇ ਹੋ। ਸਾਡਾ ਇਹਨਾਂ ਨਾਲ ਤਾਲਮੇਲ ਕੋਈ ਮੈਂਟਲੀ ਪ੍ਰੀਪੇਅਰਡ ਨਹੀਂ। ਚਲੋ ਮੈਂ ਹੋਰ ਸਿੱਧੇ ਸ਼ਬਦਾਂ 'ਚ ਪੁੱਛਾਂ, 24 ਦੇ ਇਲੈਕਸ਼ਨ ਹੁਣ 23 ਚ ਹੋਣ 24 ਚ ਹੋਣ ਉਹ ਬਾਅਦ ਦੀ ਗੱਲ ਹੈ। ਲੋਕ ਸਭਾ ਇਲੈਕਸ਼ਨ ਦੇ ਵਿੱਚ ਕੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਸਟੇਜ ਦੇ ਉੱਤੇ ਨਜ਼ਰ ਨਹੀਂ ਆਉਣਗੇ? ਸਵਾਲ ਹੀ ਪੈਦਾ ਨਹੀਂ। ਜੇ ਤੁਹਾਡੀ ਹਾਈ ਕਮਾਨ ਨੇ ਕਿਹਾ ਕਿ ਹਾਂ, ਤੁਸੀਂ ਹੁਣ ਮੇਰੇ ਮੂੰਹ 'ਚ ਸ਼ਬਦ ਨਾ ਪਾਓ, ਤੁਸੀਂ ਮੇਰੇ ਕੋਲ ਜਵਾਬ ਲੈਣਾ ਸੀ ਲੈ ਲਿਆ, ਅੰਡਰ ਨੋ ਸਰਕਮਸਟੈਂਸਸ। ਕਿਉਂਕਿ ਇਹਦੇ 'ਚ ਬਾਜਵਾ ਜੀ ਜਿਹੜੇ ਕਿਉਂਕਿ ਇੱਕ ਕਮੇਟੀ ਬਣੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਕਰ ਰਹੇ ਹੈ ਰਾਘਵ ਚੱਡਾ ਨੇ ਕਾਂਗਰਸ ਦੇ ਵੱਲੋਂ, ਵੇਨੂ ਗੋਪਾਲ ਨੇ ਸਰਵੇ ਵੀ ਹੁਣ ਦਿਖਾਣੇ ਸ਼ੁਰੂ ਕਰ ਦਿੱਤੇ। ਕਹਿੰਦੇ ਪੰਜਾਬ 'ਚ ਆਪ ਨੂੰ 42% ਵੋਟ ਪਈ ਸੀ, ਕਾਂਗਰਸ ਨੂੰ 22% ਪਈ ਸੀ। ਇਸ ਹਿਸਾਬ ਨਾਲ 10-3 ਦਾ, ਹਾਂਜੀ 24%, 10-3 ਦਾ ਰੇਸ਼ੋ ਹੋਣਾ ਚਾਹੀਦਾ। ਦਿੱਲੀ 'ਚ 53% ਪਈ ਸੀ, ਕਾਂਗਰਸ ਨੂੰ 4% ਪਈ ਸੀ, ਇਹ 6-1 ਦਾ ਰੇਸ਼ੋ ਹੋਣਾ ਚਾਹੀਦਾ। ਇਸ ਤਰੀਕੇ ਦੀਆਂ ਚਰਚਾਵਾਂ ਚੱਲਣ ਲੱਗ ਪਈਆਂ। ਕਿਸੇ ਚਰਚਾ ਨੂੰ ਗੱਲ ਕਰ ਲਓ, ਜੇ ਇੰਨੇ ਤਗੜੇ ਹੋਣ ਤੇ ਤੁਹਾਡੇ ਨੂੰ ਨਾ ਕਹਿਣ ਕਿ ਅਸੀਂ ਇਹਨਾਂ ਨਾਲ ਲੜਨੀ ਹੈ। ਅਸੀਂ 18 ਤੋਂ ਅਸੀਂ ਕੋਈ ਬੰਦਾ ਰਾਜ਼ੀ ਹੈ ਨਹੀਂ, ਵੀ ਆਰ ਨਾਟ ਵਿਲਿੰਗ। ਜਦੋਂ ਸਾਡਾ ਕਾਡਰ ਰਾਜ਼ੀ ਨਹੀਂ, ਸਾਡੀ ਲੀਡਰਸ਼ਿਪ ਰਾਜ਼ੀ ਨਹੀਂ, ਸਾਡਾ ਸਟੇਟ ਯੂਨਿਟ ਰਾਜ਼ੀ ਨਹੀਂ, ਤੇ ਫਿਰ ਆਪਾਂ ਕਿਸ ਤਰ੍ਹਾਂ ਇਹ ਧੱਕੇ ਨਾਲ ਵਿਸਾਖੀ ਕਿਸ ਤਰ੍ਹਾਂ? ਅੱਜ ਤੁਹਾਡਾ ਬੜਾ ਪੋਲਾਈਟ ਤੇ ਸੌਫਟ ਕੋਰਨਰ ਨਜ਼ਰ ਆਇਆ, ਜਿਹੜਾ ਤੁਸੀਂ ਕਿਹਾ ਕਿ ਬਾਅਦ ਵਿੱਚ ਅਸੀਂ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਨਹੀਂ ਆਈ ਸੀ ਕਿ ਬਾਅਦ ਵਿੱਚ ਜਦੋਂ ਅਲਾਈਅੰਸ ਦੇ ਵਿੱਚ ਸੀਟਾਂ ਹੋਣੀਆਂ ਨੇ 6 ਤੁਸੀਂ ਜਿੱਤਦੇ ਹੋ 5 ਉਹ ਜਿੱਤਦੇ ਨੇ, ਤਾਂ ਇਕੱਠੀਆਂ 11 ਹੋ ਜਾਣਗੀਆਂ। ਮੇਰਾ ਨਹੀਂ ਹੈ, ਤੇ ਆਲਰੇਡੀ ਗਵਰਨਮੈਂਟ ਜਿਹੜਾ ਸਾਡਾ ਇੰਡੀਆ ਅਲਾਈਅੰਸ ਉਹਦਾ ਮਕਸਦ ਹੀ ਹੈ, ਉਹਦੇ ਤੇ ਆਲਰੇਡੀ ਹੁਣ ਇੱਕ ਸਟੇਜ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਬਟ ਇੱਥੇ ਸਟੇਟ ਪੰਜਾਬ ਦੇ ਵਿੱਚ ਵੀ ਆਰ ਨਾਟ ਵਿਲਿੰਗ ਟੂ ਕੰਸੀਡ ਆਪੋਜੀਸ਼ਨ। ਠੀਕ ਹੈ, ਚਲੋ ਮੈਂ ਇੱਕ ਹੋਰ ਸਵਾਲ ਪੁੱਛਦਾ, ਮੈਂ ਬਹੁਤ ਕੋਸ਼ਿਸ਼ ਕਰਾਂਗਾ ਕਿ ਲੋਕਾਂ ਤੱਕ ਪਹੁੰਚਣ। ਜਿਹੜੇ ਤੁਹਾਡੇ ਵਰਕਰ ਨੇ ਉਹਨਾਂ ਨੂੰ ਕਲੀਅਰ ਕਰੋ। ਅੱਜ ਜਿਹੜੇ ਸੰਗਰੂਰ ਵਾਲੇ ਤੁਹਾਨੂੰ ਸੁਣ ਰਹੇ ਨੇ, ਮੈਂ ਸੰਗਰੂਰ ਦਾ ਇਸ ਕਰਕੇ ਨਾਮ ਲੈ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੇ ਕਿ ਇਹ ਤਾਂ ਸਾਡਾ ਰਾਜਧਾਨੀ ਹੈ। ਸੰਗਰੂਰ ਵਾਲੇ, ਖਾਸ ਤੌਰ ਤੇ ਮਾਲਵਾ, ਸੰਗਰੂਰ ਵਾਲੀਆਂ ਜਿਹੜੀਆਂ ਸੀਟਾਂ ਉਹਨਾਂ ਨੇ 2014 ਚ ਵੀ ਦਿੱਤੀਆਂ, ਸੰਗਰੂਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਇਹ ਉਹ ਸੀਟਾਂ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਚੰਗਾ ਆਧਾਰ ਰਿਹਾ 14 ਦੇ ਵਿੱਚ, 2022 ਦੇ ਆਪਾਂ ਇਲੈਕਸ਼ਨ 'ਚ ਦੇਖਿਆ। ਸੰਗਰੂਰ ਵਾਲੇ ਤੁਹਾਡੇ ਵਰਕਰ ਤਿਆਰ ਰਹਿਣ ਕਾਂਗਰਸ ਦੇ ਕੈਂਡੀਡੇਟ ਦੇ ਲਈ ਪ੍ਰਚਾਰ ਕਰਨ ਦੇ ਲਈ, ਜਾਂ ਫਿਰ ਮਾਮਲਾ ਕੁਝ ਵੱਖਰਾ ਹੋ ਸਕਦਾ? ਬਿਲਕੁਲ ਮਾਮਲਾ ਵੱਖਰਾ ਨਹੀਂ ਹੈ। ਸਾਰੇ ਵਰਕਰਸ ਨੂੰ, ਆਪਣੇ ਸਾਥੀਆਂ ਨੂੰ ਮੈਂ ਕਹੂੰਗਾ ਤਿਆਰ ਰਹੋ। 13 ਦੀਆਂ 13 ਸੀਟਾਂ ਅਸੀਂ ਲੜਾਂਗੇ। ਇੰਡੀਆ ਅਲਾਈਅੰਸ ਦੇ ਫੇਸ ਤੋਂ ਬਾਅਦ ਬੀਜੇਪੀ ਬਹੁਤ ਤੰਜ ਕੱਸਦੀ ਹੈ, ਕਹਿੰਦੇ ਕਿ ਇਹਨਾਂ ਦਾ ਲਾੜਾ ਨਹੀਂ ਪਤਾ ਕੌਣ ਹੈ। ਪੀਐਮ ਫੇਸ ਇਹਨਾਂ ਨੇ ਅਨਾਉਂਸ ਨਹੀਂ ਕੀਤਾ ਔਰ ਨਾ ਹੀ ਕਰਨਗੇ, ਕਹਿੰਦੇ ਇੱਥੇ ਹੀ ਗੁੱਥਮ ਗੁੱਥੀ ਹੋਣਾ ਸ਼ੁਰੂ ਹੋ ਜਾਣਾ। ਦੇਖੋ ਹਰ ਪਾਰਟੀ ਦੇ ਆਪਣੇ ਤੌਰ ਤਰੀਕੇ ਨੇ, ਇਹਨਾਂ ਕੋਈ ਇੱਕ ਕੈਂਡੀਡੇਟ ਸਾਡੇ ਕੋਲ ਹੋ ਸਕਦਾ, ਬਹੁਤ ਸਾਰੇ ਹੋਣ। ਅਜੇ ਕਿਹੜਾ ਟਾਈਮ ਆ ਗਿਆ? ਤੁਹਾਨੂੰ ਲੱਗਦਾ ਰਾਹੁਲ ਗਾਂਧੀ ਪੀਐਮ ਫੇਸ ਨੇ ਜਾਂ ਮਲਿਕਾਰਜੁਨ ਖੜਗੇ ਨੇ? ਮੇਰੀ ਵੇਖੋ ਗੱਲ ਇਸ ਹੈ ਪੰਕਜ ਜੀ, ਇਹ ਆਲ ਇੰਡੀਆ ਅਲਾਈਅੰਸ ਜਿਹੜੀ ਸਾਡੀ ਇੰਡੀਆ ਅਲਾਈਅੰਸ ਹੈ, ਲੈਟ them ਟੇਕ ਦਿਸ। ਮੈਂ ਤੇ ਇੱਕ ਸਟੇਟ ਨੂੰ CLP ਨੂੰ ਹੈਡ ਕਰ ਰਿਹਾ, ਆਪਾਂ ਸਟੇਟ ਤੱਕ ਹੀ ਮੌਜੂਦ ਰਹੀਏ, ਨੈਸ਼ਨਲ ਲੀਡਰਸ਼ਿਪ ਨੂੰ ਫੈਸਲਾ ਲੈ ਜੋ ਵੀ ਕਰਨਾ ਉਹਦੇ ਵਿੱਚ ਮੈਨੂੰ ਨਾ ਤੁਸੀਂ ਉਲਝਾਓ। ਆਪਾਂ ਇੱਥੋਂ ਤੱਕ ਗੱਲ ਕਰੀਏ। ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਨਹੀਂ, ਕਈ ਵਾਰ ਨਿੱਜੀ ਰਾਏ, ਜਿਵੇਂ ਤੁਸੀਂ ਸਟੇਟ ਦੀ ਨਿੱਜੀ ਰਾਏ ਦਿੱਤੀ ਕਿ ਅਲਾਈਅੰਸ ਨਹੀਂ ਚਾਹੁੰਦੀ, ਉਸੇ ਤਰੀਕੇ ਨਾਲ ਮਲਵਿੰਦਰ ਕੰਗ ਨੇ ਕਿਹਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਫੇਸ ਹੋਣੇ ਚਾਹੀਦੇ, ਇਸੇ ਤਰੀਕੇ ਨਾਲ ਕਈ ਕਾਂਗਰਸ ਦੇ ਲੀਡਰ ਕਹਿ ਰਹੇ ਰਾਹੁਲ ਗਾਂਧੀ ਫੇਸ ਹੋਣੇ ਚਾਹੀਦੇ। ਰਾਹੁਲ ਗਾਂਧੀ ਤੇ 100% ਹੀ ਇਜ਼ ਦ ਮੋਸਟ ਪਪੂਲਰ ਅਮੰਗ ਆਲ ਅਦਰਸ। ਇੰਡੀਆ ਅਲਾਈਅੰਸ ਦੇ ਵਿੱਚ ਤੇ ਓਬਵੀਅਸਲੀ ਹੀ ਇਜ਼ ਹੈਡ ਐਂਡ ਸ਼ੋਲਡਰਸ ਅਬਵ ਐਵਰੀਬਡੀ ਐਲਸ। ਇਹ ਤਾਂ ਕੋਈ ਦੋ ਰਾਹ ਹੀ ਨਹੀਂ। ਲਾਰਜੈਸਟ ਪਾਰਟੀ ਇਜ਼ ਦੀ ਕਾਂਗਰਸ। ਇੰਨੇ ਵੱਡਾ ਜਿਹੜਾ ਉਹਨਾਂ ਨੂੰ ਭਾਰਤ ਜੋੜੋ ਅੰਦੋਲਨ ਦੇ ਵਿੱਚ ਇਸ ਟਾਈਮ ਉਹਨਾਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਮੈਂ ਸਪੋਰਟ ਮਿਲੀ ਹੈ, ਤਾਂ ਉਹ ਤਾਂ ਇਹ ਯੰਗ ਫੇਸ ਨੇ, ਐਜੂਕੇਟਿਡ ਨੇ, ਪਿਡਿਗਰੀ ਉਹਨਾਂ ਦੇ ਕੋਲ ਹੈ, ਸਾਰਾ ਕੁਝ ਉਹਨਾਂ ਦੇ ਕੋਲ ਹੈ। ਲੋਕ ਚਾਹੁੰਦੇ ਨੇ, ਐਵਰੀਬਡੀ ਨੋਜ਼ ਹਿਮ ਟੂ ਬੀ ਅ ਵੈਰੀ ਸਿੰਸੀਅਰ ਲੀਡਰ। ਜਿਹੜੀ ਗੱਲ ਕਰਦੇ ਨੇ ਉਸ ਗੱਲ ਤੇ ਖਲੋਂਦੇ ਨੇ। ਆਪਾਂ ਹੁਣ ਪੰਜਾਬ ਨੂੰ ਪਰਤਾਈਏ ਤੇ ਬੈਟਰ ਹੈ। ਸੁਨੀਲ ਜਾਖੜ ਤੰਜ ਕੱਸ ਰਹੇ। ਬਿਲਕੁਲ, ਸੁਨੀਲ ਜਾਖੜ ਦੀ ਜਿਹੜੀ ਹੁਣੇ ਸਟੇਟਮੈਂਟ ਹੈ ਸੁਨੀਲ ਜਾਖੜ ਦੀ, ਕਹਿੰਦੇ ਚੋਰ ਤੇ ਸਿਪਾਹੀ ਰਲ ਗਏ ਨੇ ਔਰ ਇਕੱਠੇ ਵੋਟਾਂ ਲੜਨਗੇ। ਬੜਾ ਤਿੱਖਾ ਤੰਜ ਹੈ ਤੁਹਾਡੇ। ਤੁਸੀਂ ਇਹਦੇ ਤੇ ਛੱਡੋ, ਇਹਦਾ ਤੇ ਮੈਂ ਜਵਾਬ ਵੀ ਨਹੀਂ ਦੇਣਾ। ਇਹਦੇ ਤੇ ਪੱਲੇ ਹੀ ਕੁਝ ਨਹੀਂ ਜੀ। ਮੈਂ ਤੈਨੂੰ ਆਪ ਕਿਹਾ ਸੀ ਤੇਰਾ ਭਤੀਜਾ ਤੂੰ ਲੈ ਗਿਆ, ਉਹਦਾ ਅਸਤੀਫਾ ਦਵਾ।
ਪਹਿਲੇ ਵੇਖੀਏ ਸੀ ਤੇਰੇ ਪੱਲੇ ਕੀ, ਤੂੰ ਬਾਕੀਆਂ ਦੀ ਤੇ ਗੱਲ ਛੱਡ। ਤੁਸੀਂ ਕੱਢ ਦੋ ਨਾ, ਤੁਸੀਂ ਸਸਪੈਂਡ ਕਰਕੇ ਕਿਉਂ ਛੱਡ ਨਹੀਂ ਸਸਪੈਂਡ ਨਹੀਂ, ਅਸੀਂ ਪਾਰਟੀ ਚੋਂ ਬਰਖਾਸਤ ਕਰ ਦੋ ਸੰਦੀਪ ਜਾਖੜ ਨੂੰ। ਪਾਰਟੀ ਚੋਂ ਅਸੀਂ ਕੱਢ ਦਿੰਦੇ ਆ ਤਾਂ ਉਹ ਤੇ ਆਜ਼ਾਦ ਹੋ ਜਾਂਦਾ ਜੀ। ਉਹ ਤੇ ਆਜ਼ਾਦ ਹੁਣ ਤੁਹਾਡੇ ਹੱਕ 'ਚ ਤਾਂ ਉਹਨਾਂ ਨੇ ਬੋਲਣਾ ਹੀ ਨਹੀਂ, ਹੋ ਲੈਣ ਦੋ ਆਜ਼ਾਦ। ਨਹੀਂ ਉਹ ਤਾਂ ਪਾਰਟੀ ਵੇਖੋ ਲੇਕਿਨ ਜਿਹੜਾ ਤਰਕ ਦਿੱਤਾ ਗਿਆ ਨਾ, ਜਿਹੜੇ 4 ਪੁਆਇੰਟ, ਮੈਂ ਉਸ ਦੇ ਉੱਪਰ ਹੀ ਆ ਜਾਣਾ ਸੰਦੀਪ ਜਾਖੜ ਦੇ ਉੱਤੇ, ਜਿਹੜੇ ਬਾਜਵਾ ਸਾਹਿਬ ਪੁਆਇੰਟ ਦਿੱਤੇ ਗਏ 4, ਉਸ ਦੇ ਵਿੱਚ ਇੱਕ ਸੀਗਾ ਕਿ ਤੁਹਾਡੇ ਘਰ ਦੇ ਉੱਤੇ ਬੀਜੇਪੀ ਵਾਲਾ ਝੰਡਾ ਲੱਗਿਆ, ਉੱਥੇ ਹੀ ਤੁਸੀਂ ਰਹਿ ਰਹੇ ਹੋ। ਇਹ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਹੈ। ਇਨਫੈਕਟ ਤੁਹਾਡੇ ਲਈ ਵੀ ਤੰਜ ਕੱਸਿਆ ਜਾਂਦਾ ਕਿ ਤੁਹਾਡੇ ਇੱਕ ਫਲੋਰ ਦੇ ਉੱਤੇ ਭਗਵੰਤ ਮਾਨ ਕਹਿੰਦੇ ਨੇ ਕਿ ਇੱਕ ਫਲੋਰ ਤੇ ਬੀਜੇਪੀ ਹੈ, ਇੱਕ ਫਲੋਰ ਤੇ ਭਗਵੰਤ ਨੂੰ ਛੱਡੋ ਜੀ, ਭਗਵੰਤ ਦੇ ਤੇ ਦਿਲ ਵਿੱਚ ਬੀਜੇਪੀ ਹੈ। ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਅਲਾਈਅੰਸ ਤੁਹਾਡੇ ਨਾਲ ਹੋ ਰਿਹਾ। ਨਹੀਂ ਉਹ ਤਾਂ ਅਸੀਂ ਕਦੋਂ ਕਹਿਤਾ ਜੀ, ਅਸੀਂ ਤੇ ਤਾਂ ਹੀ ਇਹਨੂੰ ਐਗਰੀ ਨਹੀਂ ਕਰ ਰਹੇ ਇਸ ਗੱਲ ਤੇ। ਉਹਨਾਂ ਨੇ ਤਾਂ ਪੌੜੀਆਂ ਦਾ ਜ਼ਿਕਰ ਕਰਤਾ ਸੀ, ਕਹਿੰਦੇ ਕਿ 4 ਪੌੜੀਆਂ ਉੱਪਰ ਚੜੋ ਬੀਜੇਪੀ। ਤੁਸੀਂ ਛੱਡੋ ਇਹਦੀਆਂ ਗੱਲਾਂ ਨੂੰ, ਭਗਵੰਤੀਆਂ ਨੂੰ ਹੋਰ ਸੁਣੋਗੇ ਤੇ ਫਿਰ ਤੁਸੀਂ ਔਖੇ ਹੋ ਜਾਓਗੇ ਨਿਊਜ਼ 18 ਤੇ। ਇਹਦੀਆਂ 5-7 ਮੈਂ ਹੋਰ ਸੁਣਾਈਆਂ ਤੇ ਫਿਰ ਤੁਸੀਂ ਕਹਿਣਾ ਕਿ ਸਾਡਾ ਪ੍ਰੋਗਰਾਮ ਬੰਦ ਕਰੋ। ਨਹੀਂ ਤੁਸੀਂ ਦੱਸੋ, ਉਹ ਸੁਣਾਉਣਾ ਤੇ ਉਹ ਛੱਡੋ, ਆਪਾਂ ਇਹਦੀ ਕੋਈ ਲੈਣਾ। ਇਹਦੀ ਤੇ ਮੈਂ ਆਈ ਡੋਂਟ ਟੇਕ ਹਿਮ ਸੀਰੀਅਸਲੀ। ਸੀਐਮ ਮਟੀਰੀਅਲ ਹੀ ਹੈ ਨਹੀਂ ਜੀ। ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ, ਜੋ ਇਹਦਾ ਹਾਲ ਹੈ ਤੁਸੀਂ ਵੇਖ ਹੀ ਰਹੇ ਹੋ। ਜਿੰਨੀ ਵੱਡੀ ਚਪੇੜੇ ਦੇ ਮੂੰਹ ਤੇ ਪੰਚਾਇਤਾਂ ਦੀ ਇਲੈਕਸ਼ਨਾਂ 'ਚ ਪਈ ਹੈ, 2 ਬੱਕਰੇ ਹਲਾਲ ਕਰਤੇ, ਜ਼ਿੰਮੇਵਾਰ ਆਪ ਹੈ। ਜਿਸ ਚੀਫ ਮਿਨਿਸਟਰ ਨੇ ਆਪ ਦਸਤਖਤ ਕੀਤੇ ਹੋਣ, ਉਹ ਜ਼ਿੰਮੇਵਾਰ ਕਿਸੇ ਹੋਰ ਨੂੰ ਉਠਾ ਦੇ। ਜਿਸ ਆਦਮੀ ਦੇ ਵਿੱਚ ਇੰਨੀ ਵੀ ਲੀਡਰਸ਼ਿਪ ਕੁਆਲਿਟੀ ਹੈ ਨਹੀਂ, ਜੇ ਗਲਤੀ ਤੂੰ ਕੀਤੀ ਹੈ, ਮਿਸਲੀਡ ਤੂੰ ਕੀਤਾ ਲੋਕਾਂ ਨੂੰ, ਤੇ ਤੂੰ ਜ਼ਿੰਮੇਵਾਰ ਕਿਸੇ ਨੂੰ ਉਠਾ ਰਿਹਾ ਜੀ। ਕਹਿੰਦੇ ਆਈਏਐਸ ਅਫਸਰ ਅੱਖ ਹੁੰਦੇ ਨੇ, ਗੁੱਡ ਫੇਥ ਤੇ ਦਸਤਖਤ ਕਰ ਦਿੱਤੇ। ਆਈਏਐਸ ਅਫਸਰਾਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ। ਇਹ ਤੁਹਾਡਾ ਬੈਂਕ 'ਚ ਅਕਾਊਂਟ ਹੋਏ ਤੇ ਗੁੱਡ ਫੇਥ ਤੇ ਤੁਸੀਂ ਕਿਸੇ ਨੂੰ ਚੈੱਕ ਤੇ ਸਾਈਨ ਕਰ ਦਿਓ, ਪੈਸੇ ਉਹ ਕਢਾ ਜੇ, ਤੇ ਫਿਰ ਤੇ ਮਾਲਕ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਨਾ ਜੀ। ਸੋ ਇਹ ਚੀਫ ਮਿਨਿਸਟਰ ਇਹਨਾਂ ਗੱਲਾਂ ਦੇ ਉੱਤੇ ਬਰੀਅਲ ਜ਼ੁਬਾਨ ਨਹੀਂ ਹੋ ਸਕਦਾ। ਲੇਕਿਨ ਹੁਣ ਪੰਚਾਇਤਾਂ ਨੂੰ ਲੈ ਕੇ ਇੱਕ ਹੋਰ ਫੈਸਲਾ ਲੈ ਰਹੇ ਕਿ ਇੱਕ ਪਿੰਡ 'ਚ ਇੱਕ ਪੰਚਾਇਤ ਹੋਵੇ। ਇਸ ਤਰੀਕੇ ਦਾ ਵੀ ਫੈਸਲਾ, ਇੱਕ ਪਿੰਡ 'ਚ ਇੱਕ ਹੋਏ ਤੇ ਇੱਕ ਹੀ ਹੁੰਦੀ ਹੈ। ਕਈ ਵੱਡੇ ਪਿੰਡ ਨੇ ਉੱਥੇ 2-2 ਪੰਚਾਇਤਾਂ ਨੇ। ਉਹ ਤੇ ਐਵੇਂ ਜਾਲੀ ਜੇ ਇਹਨਾਂ ਦੇ ਫੈਸਲੇ ਨੇ, ਕਦੋਂ ਇਹਨੇ ਫੇਰ ਮੁੱਕਰ ਜਾਣਾ, ਕਦੋਂ ਇਹਨੇ ਫੇਰ ਭੱਜ ਜਾਣਾ। ਇਹਦੇ ਫੈਸਲੇ 2 ਨੇ। ਇੱਕ ਤੇ ਇਹਦਾ ਫੈਸਲਾ ਹੁੰਦਾ ਭਗਵੰਤ ਦਾ 9 ਤੋਂ 5 ਵਜੇ ਤੱਕ, ਇੱਕ ਹੁੰਦਾ 5 ਵਜੇ ਤੋਂ 12 ਵਜੇ ਤੱਕ ਰਾਤ ਦੇ। ਹੁਣ ਇਹ ਕਿਹੜਾ ਫੈਸਲਾ ਤੁਸੀਂ ਸਿਨਾਰੀਓ ਪੰਚਾਇਤ ਇੱਕ ਰੱਖਣ ਦਾ, ਕੀ ਇਹ ਸ਼ਾਮ ਦੇ 5 ਵਜੇ ਤੋਂ ਪਹਿਲੇ ਦਾ ਕਿ 5 ਵਜੇ ਤੋਂ 12 ਵਜੇ ਦਾ ਸ਼ਾਮ ਦਾ, ਉਹ ਹੀ ਨਹੀਂ ਪਤਾ ਲੱਗਦਾ। ਨਾ ਫੇਰ ਕਹਿਣਾ ਮੈਨੂੰ ਅਫਸਰਾਂ ਨੇ ਮਿਸਲੀਡ ਕਰ। ਮੈਂ ਅਗਲੇ ਟੌਪਿਕ ਤੇ ਵਧਾਂਗਾ, ਪਰ ਸੀਰੀਅਸਨੈਸ ਚੱਲੀਏ। ਪਰ ਇੱਕ ਟਿੱਪਣੀ ਤੁਹਾਡੀ ਮੈਂ ਜ਼ਰੂਰ ਚਾਹੁੰਦਾ। ਤੁਸੀਂ ਕਿਹਾ ਕਿ ਸੀਐਮ ਦੇ ਦਿਲ ਦੇ ਵਿੱਚ ਬੀਜੇਪੀ ਹੈ, ਉਹ ਤੁਹਾਡੇ ਨਾਮ ਨੂੰ ਕੁਝ ਵੱਖਰੇ ਤਰੀਕੇ ਨਾਲ ਪ੍ਰੋਨਾਂਸ ਕਰਦੇ। ਉਹ ਜੋ ਮਰਜ਼ੀ ਹੈ ਕਰਦਾ ਰਹੇ। ਉਹ ਕਹਿੰਦੇ ਆ ਪ੍ਰਤਾਪ ਸਿੰਘ ਭਾਜਪਾ। ਤੁਸੀਂ ਇਹਨੂੰ ਜੋ ਮਰਜ਼ੀ ਗੱਲ ਕਹੋ, ਅਸੀਂ ਇਹਨੂੰ ਝੰਡਾ ਅਮਲੀ ਕਹਿੰਦੇ ਆ। ਫਿਰ ਤੁਸੀਂ ਇਹਦਾ ਜਵਾਬ ਲੈ ਲਓ। ਨਹੀਂ ਅਸੀਂ ਇਹਨੂੰ ਤੁਹਾਨੂੰ ਲੱਗਦਾ ਕਿ ਸਿਆਸੀ ਤੌਰ ਦੇ ਉੱਤੇ ਇਸ ਤਰੀਕੇ ਦੀਆਂ ਟਿੱਪਣੀਆਂ ਹੋਣੀਆਂ ਚਾਹੀਦੀਆਂ ਨੇ? ਨਹੀਂ, ਮੈਂ ਸਮਝਦਾ ਨਹੀਂ ਹੋਣੀਆਂ ਚਾਹੀਦੀਆਂ। ਬਟ ਮੈਂ ਇੱਕ ਦੋ ਤੁਹਾਡੀਆਂ ਹੋਰ ਟਿੱਪਣੀਆਂ ਦਾ ਵੀ ਜੇ ਜ਼ਿਕਰ ਕਰਾਂ, ਜਿਸ ਦੇ ਵਿੱਚ ਤੁਸੀਂ ਜਿਹਦੇ ਉੱਪਰ ਬਹੁਤ ਬਵਾਲ ਆਮ ਆਦਮੀ ਪਾਰਟੀ ਨੇ ਕੀਤਾ, ਵਿਧਾਨ ਸਭਾ ਦੇ ਅੰਦਰ ਕਿ ਮੋਬਾਈਲ ਵਾਲੇ ਰਿਪੇਅਰ ਕਰਨ ਵਾਲੇ ਦੇਖੋ ਇੱਥੇ ਪਹੁੰਚ ਗਏ। ਆਮ ਆਦਮੀ ਪਾਰਟੀ ਕਹਿੰਦੀ ਕਿ ਦੇਖੋ ਇਹ ਕੀ ਕਹਿ ਰਹੇ ਨੇ ਕਿ ਇਹਨਾਂ ਦੀ ਤੁਹਾਡੀ ਸਟੇਟਮੈਂਟ ਦੇ ਉੱਪਰ ਮੋਬਾਈਲ ਰਿਪੇਅਰ ਕਰਨ ਵਾਲੇ ਕੀ ਕਿਹਾ? ਉਹ ਕਹਿੰਦੇ ਕਿ ਇਹਨਾਂ ਨੇ ਟਿੱਪਣੀ ਕੀਤੀ ਹੈ ਕਿ ਮੋਬਾਈਲ ਰਿਪੇਅਰ ਕਰਨ ਵਾਲੇ ਵੀ ਦੇਖੋ ਅੱਜ ਆ ਕੇ ਇੱਥੇ ਵਿਧਾਨ ਸਭਾ 'ਚ ਬੈਠ ਗਏ। ਨਹੀਂ, ਮੋਬਾਈਲ ਰਿਪੇਅਰ ਮੈਂ ਤਾਂ ਕਿਹਾ ਸੀ ਇੱਕ ਮੈਂ ਇਹ ਨਹੀਂ ਸੀ ਕਿਹਾ। ਮੈਂ ਇਹ ਗੱਲ ਕਹੀ ਸੀ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਬੰਦਾ ਸੀ, ਇਹਨਾਂ ਦਾ ਇੱਕ ਐਮਐਲਏ ਇਲੈਕਟ ਹੋਇਆ, ਜਿਹਨੇ ਕਿਹਾ ਸੀ ਕਿ ਮੈਂ ਪਹਿਲੇ ਦਿਨ ਉਹ ਸਾਈਕਲ ਤੇ ਆ ਗਿਆ, ਅਗਲੇ ਦਿਨ ਉਹ ਫੋਰਚੂਨਰ ਤੇ ਆ ਗਿਆ। ਇਹ ਗੱਲ ਮੈਂ ਕਹੀ ਸੀ। ਮੈਂ ਕਿਹਾ ਕਹਿੰਦਾ ਕੀ ਸੀ ਕਿ ਨਾ ਮੈਂ ਟੀਏ ਲੈਣਾ, ਨਾ ਮੈਂ ਡੀਏ ਲੈਣਾ, ਨਾ ਮੈਂ ਤਨਖਾਹ ਲੈਣੀ। ਫਿਰ ਟੀਏ ਵੀ ਲਿਆ, ਫਿਰ ਡੀਏ ਵੀ ਲਿਆ, ਫਿਰ ਤਨਖਾਹ ਵੀ ਲਈ। ਤਾਂ ਮੈਂ ਤੇ ਇਹਨਾਂ ਗੱਲ ਕਿ ਕਹਿਣ ਦਾ ਮੇਰਾ ਮਕਸਦ ਇਹ ਸੀ, ਇਹ ਡਰਾਮੇ ਕਰਨ ਦਾ ਖਿਲਾਫ ਹੈ। ਤੁਹਾਡੇ ਖਿਲਾਫ ਤਾਂ ਸਾਰੇ ਦਲਿਤ ਜਿਹੜੇ ਇਹਨਾਂ ਦੇ ਜਿੱਤ ਕੇ ਆਏ ਹੋਏ ਨੇ ਦਲਿਤ ਐਮਐਲਏ, ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਦੇ ਕਹਿੰਦੇ ਕਿ ਇਹ ਦੇਖੋ ਸਾਡੇ ਖਿਲਾਫ ਬੋਲ ਰਹੇ ਨੇ, ਕਿ ਇਹਨਾਂ ਨੂੰ ਲੱਗਦਾ ਹੈ ਕਿ ਇੱਕ ਬਸ ਇੱਕ ਤਰੀਕੇ ਨਾਲ ਇੱਕ ਜਿਹੜਾ ਐਮਐਲਏ ਬਣ ਸਕਦਾ ਹੈ ਉਹ ਕੋਈ ਆਮ ਘਰ ਦਾ ਬੰਦਾ ਨਹੀਂ ਬਣ ਸਕਦਾ। ਤੁਸੀਂ ਇਹਨਾਂ ਦੀਆਂ ਗੱਲਾਂ ਇੱਕ ਰਸੂਖਦਾਰ ਲੋਕ ਹੀ ਬਣ ਸਕਦੇ। ਤੁਸੀਂ ਤੇ ਬੜੇ ਸਿਆਣੇ ਬਿਆਣੇ ਹੈ, ਉਹ ਇਹਨਾਂ ਦੀਆਂ ਗੱਲਾਂ ਤੇ ਕਿੱਥੇ ਜਾਂਦੇ ਹੋ? ਇਹਨਾਂ ਕੋਲ ਹੈ ਹੀ ਉਹ ਨਹੀਂ। ਸਰਕਾਰ ਤੇ ਗਲਤੀ ਨਾ ਬਣੀ ਹੈ ਜੀ, ਡਿੱਗ ਪੈਣੀ ਹੈ ਇਹ ਤੇ ਹੋਣੀ ਆ, ਤੁਰ ਜਾਣੀ। 1 ਨੇਸ਼ਨ 1 ਪੋਲ ਹੋ ਗਈ, ਓਵਰ ਹੋ ਜਾਣਾ। ਤਾਂ ਲੱਗਦਾ ਕਿ ਪੰਜਾਬ 'ਚ ਇਲੈਕਸ਼ਨ ਹੋ ਜਾਣਗੇ 24 ਚ ਨਾਲ ਹੀ? ਨਹੀਂ, ਫਿਰ ਤੇ ਸਾਰੇ ਦੇਸ਼ 'ਚ ਹੀ ਹੋਣਗੇ। ਜੋ ਕਿਹਾ ਜਾ ਰਿਹਾ ਕਿ ਦੋ ਫੇਸ 'ਚ ਹੋਣਗੇ। ਨਹੀਂ, ਉਹ 2 ਫੇਸ 'ਚ ਹੋਣਗੇ। ਜਿਹੜੇ 6 ਮਹੀਨੇ ਸਾਲ ਪਏ ਉਹ ਨਾਲ ਕਰਵਾ ਦੇਣਗੇ, ਦੂਸਰੇ ਬਾਅਦ ਵਿੱਚ ਜੋ ਸੁਣ ਚਾ ਰਿਹਾ ਉਹਦੇ 'ਚ ਇਹ ਹੈ ਕਿ ਜੇ 2.5 ਸਾਲ ਜਿਨ੍ਹਾਂ ਦੀਆਂ ਟਰਮ ਹੋ ਗਈ 2024 ਦੀ ਪੋਲਸ ਤੱਕ, ਮਈ ਦੀ ਜਿਨ੍ਹਾਂ 2.5 ਸਾਲ ਹੋ ਗਈ ਉਹਨਾਂ ਨੂੰ ਨਾਲ ਕਰ ਲਿਆ ਜਾਏਗਾ। ਜਿਨ੍ਹਾਂ ਦੇ 2.5 ਸਾਲ ਨਹੀਂ ਹੋਏ ਉਹਨਾਂ ਨੂੰ 6 ਮਹੀਨਿਆਂ ਬਾਅਦ ਸਾਰੀ ਪੋਲ ਹੋ ਜਾਏਗੀ। ਪੰਜਾਬ ਨਾਲ ਲੈ ਲੈਣਗੇ ਉਹ, ਫਿਰ 6 ਮਹੀਨੇ ਬਾਅਦ 'ਚ ਹੋ ਜਾਏਗਾ। 6 ਮਹੀਨੇ ਬਾਅਦ 'ਚ ਨਿਬੜ ਜਾਏਗਾ ਕੰਮ ਇਹਨਾਂ ਦਾ। ਦੂਸਰਾ ਵੀ ਕਾਂਗਰਸ ਦੇ ਅੰਦਰ ਕੀ ਚੱਲਦਾ ਵਾ? ਪਹਿਲਾਂ ਕਾਂਗਰਸ ਦੀ ਲੀਡਰਸ਼ਿਪ ਬਹੁਤ ਸਾਰੀ ਆਪਸੀ ਖਹਿਬਾਜੀ, ਕਹਿੰਦੇ ਕਿ 2022 ਦੇ ਵਿੱਚ ਜਿਹੜੀ ਤਸਵੀਰ ਹੋਈ ਹੈ ਉਹ ਆਪਸੀ ਖਹਿਬਾਜੀ ਕਰਕੇ ਹੋਈ ਹੈ।
ਹੁਣ ਯੂਥ ਕਾਂਗਰਸ ਦੇ ਅੰਦਰ ਕੀ ਹੋਇਆ, ਪ੍ਰਧਾਨ ਨੂੰ ਸੱਦਾ ਤੁਹਾਨੂੰ ਕਹਿਣਾ ਪਿਆ ਸਟੇਜ ਤੇ ਕਿ ਵੜਿੰਗ ਸਾਹਿਬ ਤੁਹਾਨੂੰ ਡੀ ਦੇ ਮੇਰੀ ਇੱਕ ਸੁਣ, ਵੜਿੰਗ ਸਾਹਿਬ ਨੂੰ ਮੈਂ ਨਹੀਂ ਕਿਹਾ, ਮੈਂ ਤੇ ਮੋਹਿਤ ਮਹਿੰਦਰੇ ਨੂੰ ਕਿਹਾ ਸੀ। ਤੁਸੀਂ ਮਿਸਲੀਡ ਨਹੀਂ ਦੱਸੋ ਕੀ ਸੀ। ਮੋਹਿਤ ਮਹਿੰਦਰੇ ਨੂੰ ਮੈਂ ਕਿਹਾ ਸੀ ਕਿ ਛੋਟੇ ਵੀਰ ਇੱਥੇ ਕੁਝ ਬੰਦੇ ਯੂਥ ਤੇ ਇੱਥੇ ਫੰਕਸ਼ਨ 'ਚ ਨਹੀਂ ਹੈ, ਉਹਨਾਂ ਨੂੰ ਵੀ ਡੀ 'ਚ ਲਾਓ, ਉਹਨਾਂ ਨੂੰ ਵੀ ਗੇਮ ਦੇ ਵਿੱਚ ਖਿਡਾਓ। ਬਸ ਗੱਲ ਤੇ ਇੰਨੀ ਸੀ ਨਾ। ਸਸਪੈਂਡ ਕਰ ਦਿੱਤਾ ਬਾਅਦ ਵਿੱਚ ਅਕਸ਼ੇ ਹੋਰਾਂ ਨੂੰ, ਮੈਨੂੰ ਨਹੀਂ ਪਤਾ ਕਿਸੇ ਨੂੰ। ਤੁਹਾਨੂੰ ਵੀ ਮਿਲਣ ਆਏ ਸੀ, ਦਰਖਾਸਤ ਕਰਨ ਆਏ ਸੀ। ਮੈਨੂੰ ਤਾਂ ਸਾਰੇ ਮਿਲਣ। ਇੱਕ ਹੋਰ ਸਵਾਲ ਹੈ, ਤੁਹਾਡੇ ਵਰਕਰ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਰਾਜਾ ਵੜਿੰਗ ਦੀ ਜ਼ਿੰਦਗੀ ਤੇ ਰਿਸਰਚ ਕਰਨ ਦੀ ਕੀ ਲੋੜ ਪੈ ਗਈ? ਨਹੀਂ ਉਹ ਮੈਂ ਤੁਸੀਂ ਉਹੀ ਹਰ ਗੱਲ ਨੂੰ ਤੁਸੀਂ ਮਿਸ ਇੰਟਰਪ੍ਰੀਟ ਕਰਦੇ ਹੋ। ਨਹੀਂ ਤੁਸੀਂ ਉਹਨਾਂ ਦਾ ਬਰਥ ਦਾ ਜ਼ਿਕਰ ਕੀਤਾ। ਮੈਂ ਜ਼ਿਕਰ ਕਿਉਂ ਕੀਤਾ? ਮੈਂ ਕਿਹਾ ਸੀ ਕਿ ਮੈਂ ਜਦੋਂ ਯੂਥ ਕਾਂਗਰਸ ਦਾ ਪ੍ਰਧਾਨ 1983 ਚ ਬਣਿਆ, ਮੈਂ 25.5 ਸਾਲ ਦਾ ਸੀ, ਯੰਗੈਸਟ ਯੂਥ ਕਾਂਗਰਸ ਪ੍ਰੈਜ਼ੀਡੈਂਟ ਆਫ ਇੰਡੀਆ ਸੂਬੇ ਦਾ। ਤੇ ਮੈਂ ਕਿਹਾ ਸੀ ਰਾਜਾ ਵੜਿੰਗ 45 ਸਾਲਾਂ ਦੇ 9 ਮਹੀਨਿਆਂ ਦਾ ਸੀ ਜਦੋਂ ਮੈਂ ਬੁੜੈਲ ਦੀ ਜੇਲ੍ਹ 'ਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਦਫ਼ਤਰ ਜਾ ਕੇ ਉਹਨਾਂ ਦੀ ਕੁਰਸੀ ਤੇ ਬਹਿ ਗਏ ਸੀ, ਕਬਜ਼ਾ ਲੈ ਲਿਆ ਸੀ ਉਹਨਾਂ ਦੇ ਦਫ਼ਤਰ ਦਾ। ਤੇ 45 ਦਿਨ ਸਾਨੂੰ ਕਾਂਗਰਸ ਵਾਲਿਆਂ 200-250 ਬੰਦੇ ਨੂੰ ਬੁੜੈਲ ਜੇਲ੍ਹ 'ਚ ਰੱਖਿਆ ਸੀ। ਮੈਂ ਤੇ ਉਹਦਾ ਇਹ ਦੱਸਿਆ ਸੀ ਨੌਜਵਾਨਾਂ ਨੂੰ ਕਿ ਇਹ ਪਾਰਟੀ ਜਿਹੜੀ ਹੈ ਇਹ ਨਹੀਂ ਵੇਖਦੀ ਕਿ ਤੁਹਾਡੀ ਉਮਰ ਕਿੰਨੀ ਹੈ, ਇਹ ਤੁਹਾਨੂੰ ਯੰਗਸਟਰਸ ਨੂੰ ਵੀ ਮੌਕਾ ਦਿੰਦੀ। ਅੱਜ ਮੈਂ ਕਿਹਾ ਮੇਰੇ 9 ਮਹੀਨਿਆਂ ਦਾ ਸੀ ਜੋ ਮੈਂ ਜੇਲ੍ਹ ਵਿੱਚ ਸੀ, 20 ਸਾਲ ਮੇਰੇ ਨਾਲੋਂ ਛੋਟਾ ਹੈ, ਅੱਜ ਸਾਡਾ ਪ੍ਰਧਾਨ ਹੈ, ਅਸੀਂ ਉਸ ਪੋਸਟ ਦੀ ਕਦਰ ਕਰਨੀ। ਕਹਿਣ ਦਾ ਮਕਸਦ ਇਹ ਸੀ ਕਿ ਇਹਦੇ ਡਿਸਪਲਿਨ ਚਾਹੀਦਾ ਜੀ, ਇਹਦੇ ਵਿੱਚ ਨਾ ਤੇ ਉਮਰ ਨਾਲ ਕੰਮ ਚੱਲਦਾ। ਜੇ ਤੁਹਾਨੂੰ ਕੋਈ ਰੁਤਬਾ ਦਿੰਦੇ ਹੋ ਤੇ ਉਸ ਰੁਤਬੇ ਦੀ ਅਸੀਂ ਕਦਰ ਕਰਨੀ, ਇਹ ਮੈਂ ਗੱਲ ਕਹੀ। ਠੀਕ ਹੈ, ਚਲੋ ਮੈਂ ਇੱਕ ਵਾਰੀ ਵਨ ਨੇਸ਼ਨ ਵਨ ਇਲੈਕਸ਼ਨ ਔਰ ਅਲਾਈਅੰਸ ਵਾਲੇ ਪਾਸੇ ਆਣਾ। ਧੜੇਬੰਦੀ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਵਨ ਨੇਸ਼ਨ ਵਨ ਇਲੈਕਸ਼ਨ ਜੇਕਰ ਹੁੰਦਾ ਹੈ ਤਾਂ ਤੁਹਾਨੂੰ ਲੱਗਦਾ ਕਿ ਇਸ ਦਾ ਇੰਪੈਕਟ ਬੀਜੇਪੀ ਦੇ ਫੇਵਰ ਜਾ ਸਕਦਾ ਇਸ ਕਰਕੇ? ਕਿਉਂਕਿ ਤੁਸੀਂ ਕਿਹਾ ਕਿ ਹਾਂ ਸੋਚ ਵਧੀਆ ਹੈ, ਤੁਸੀਂ ਇਸੀ ਪ੍ਰੋਗਰਾਮ 'ਚ ਟਿੱਪਣੀ ਕੀਤੀ ਹੈ, ਪਰ ਅਧੀਰ ਰੰਜਨ ਚੌਧਰੀ ਇਸ ਕਮੇਟੀ 'ਚ ਸ਼ਾਮਲ ਨਹੀਂ ਹੋ ਰਹੇ ਜਿਹੜੀ 8 ਮੈਂਬਰੀ ਬਣਾ ਲਈ। ਨਹੀਂ, ਉਹ ਤਾਂ ਹੀ ਨਹੀਂ ਹੋ ਰਹੇ, ਤੁਸੀਂ ਗੱਲ ਨਹੀਂ ਸਮਝਦੇ। ਮੈਂ ਕਿਹਾ ਸੀ ਸੋਚ ਚੰਗੀ ਸੀ, ਬਟ ਇਹਨੂੰ ਪਹਿਲੇ ਸਾਲ ਦੇ ਵਿੱਚ ਮੋਦੀ ਸਾਹਿਬ ਨੂੰ ਕਰਨਾ ਚਾਹੀਦਾ ਸੀ। ਨਹੀਂ, ਜਾਣਕਾਰੀ ਵੀ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਕਹੋਗੇ ਅਗਲੇ 2-4 ਮਹੀਨੇ ਦੇ ਵਿੱਚ ਇਲੈਕਸ਼ਨ ਹੋ ਜਾਣਗੇ ਸਾਰੇ ਦੇਸ਼ ਦੇ ਵਿੱਚ, ਉਹ ਪੋਸੀਬਿਲਿਟੀ ਨਹੀਂ ਹੈ। ਤਾਂ ਹੋ ਸਕਦਾ ਹੈ ਕਿ 2024 ਦੇ ਇਲੈਕਸ਼ਨ ਤੋਂ ਬਾਅਦ ਇਹ ਅੱਜ ਤੋਂ ਸਾਲ ਬਾਅਦ, 1.5 ਸਾਲ 2 ਸਾਲ ਬਾਅਦ ਜਾ ਕੇ ਇੰਪਲੀਮੈਂਟ ਹੋਵੇ। ਫਿਰ ਮੇਰੀ ਗੱਲ ਨਹੀਂ ਸਮਝਦੇ, ਫਿਰ ਜਦੋਂ ਹੋਏਗਾ ਫਿਰ ਉਦੋਂ ਆਪਾਂ ਚਰਚਾ ਕਰ ਲਾਂਗੇ। ਅੱਜ ਆਪਾਂ ਚਰਚਾ ਕਿਉਂ ਕਰੀਏ? ਅੱਛਾ, ਪੋਸੀਬਿਲਿਟੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਔਰ ਉੱਥੋਂ ਦੇ ਇਲੈਕਸ਼ਨ? ਅੱਛਾ, ਇੱਕ ਹੋਰ ਮੈਂ ਇਸ ਦੇ ਵਿੱਚ ਜ਼ਰੂਰ ਸਮਝਣਾ ਚਾਹੁੰਦਾ ਅਲਾਈਅੰਸ ਨੂੰ ਲੈ ਕੇ ਕਿ ਜੇਕਰ ਇਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਪੋਸੀਬਿਲਿਟੀ ਤੁਸੀਂ ਕਹੋਗੇ ਹਾਈਪੋਥੈਟੀਕਲ ਹੈ, ਪਰ ਕੁਐਸਚਨ ਦਾ ਮੈਂ ਜ਼ਰੂਰ ਪੁੱਛਾਂਗਾ ਕਿ ਜੇਕਰ ਇਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਪਾਲਿਸੀ ਇੰਪਲੀਮੈਂਟ ਹੁੰਦੀ ਹੈ ਤੇ ਤੁਸੀਂ ਅਲਾਈਅੰਸ ਦੇ ਵਿੱਚ ਰਹਿੰਦੇ ਹੋ, ਇੰਡੀਆ ਅਲਾਈਅੰਸ ਦੇ ਵਿੱਚ, ਤਾਂ ਲੋਕਾਂ ਦੇ ਸਾਹਮਣੇ ਦਿੱਕਤ ਹੋਏਗੀ। ਇੱਕ ਪਾਸੇ ਅਲਾਈਅੰਸ ਵਾਲਾ ਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲਕੁਲ ਆਮੋ ਸਾਹਮਣੇ। ਨਹੀਂ, ਕਿਉਂ ਹੋਏਗੀ ਜੀ? ਬਿਕੋਜ਼ ਇਹ ਨੈਸ਼ਨਲ ਇਲੈਕਸ਼ਨ ਹੈ। ਨਹੀਂ, ਹੋਰ ਅਸੀਂ ਆਪਣੀ ਮੁੱਦੇ ਕਹਿੰਦੇ ਜਿਹੜੇ ਸਟੇਟ ਵਾਲੇ ਉਹ ਪਿੱਛੇ ਰਹਿ ਸਕਦੇ। ਨਹੀਂ, ਸਟੇਟ ਉਹ ਤੇ ਵੇਖੋ, ਅਸੀਂ ਆਪਣੀ ਜਗ੍ਹਾ ਕੰਸੀਡ ਥੋੜਾ ਕਰ ਦੇਣੀ ਹੈ। ਅਸੀਂ ਆਪਣੀ ਜਗ੍ਹਾ ਕੰਸੀਡ ਨਹੀਂ ਕਰਨੀ। ਵੀ ਆ ਦੀ ਮੇਨ ਆਪੋਜੀਸ਼ਨ, ਅਸੀਂ ਰਾਤ ਦਿਨ ਇਹਨਾਂ ਨੂੰ ਤੁੰਨ ਕੇ ਰੱਖਿਆ ਸਰਕਾਰ ਨੂੰ। ਨਹੀਂ, ਪਰ ਵਿਰੋਧ ਕਿਵੇਂ ਕਰੋਗੇ? ਕਿਹਦਾ ਵਿਰੋਧ? ਤੁਸੀਂ ਵਿਰੋਧ ਕਰੋਗੇ, ਹਾਈ ਕਮਾਂਡ ਤੁਹਾਨੂੰ ਕਹੇ ਕਿਉਂ ਵਿਰੋਧ ਕਰ ਰਹੇ ਹੋ? ਸਾਡੇ ਅਲਾਈਅੰਸ ਨੇ। ਨਹੀਂ, ਉਹ ਅਜੇ ਮੌਕਾ ਤੇ ਆ ਲੈਣ ਤੋਂ। ਤੂੰ ਕੇਰਲਾ 'ਚ ਨਹੀਂ ਅਸੀਂ ਲੜਨੇ ਆ, ਤੁਹਾਡੇ ਸਾਹਮਣੇ ਆ। ਬੰਗਾਲ 'ਚ ਅਸੀਂ ਲੜ ਰਹੇ ਹਾਂ। ਬੰਗਾਲ ਦੇ ਵਿੱਚ ਮੋਸਟ ਪ੍ਰੋਬਬਲੀ ਜੋ ਮੈਨੂੰ ਨਜ਼ਰ ਆਉਂਦੀ ਉੱਥੇ ਵੀ ਨਹੀਂ ਵਿਰੋਧ ਕਰ ਪਾਓਗੇ। ਬਾਜਵਾ ਸਾਹਿਬ, ਇਸ ਕਰਕੇ ਵੀ ਸਵਾਲ ਹੈ ਕਿਉਂ ਨਹੀਂ ਅਜੇ ਤੱਕ ਤੁਸੀਂ ਗੱਲ ਨਹੀਂ ਸਮਝਦੇ। ਮੈਂ ਤੇ ਅੱਜ ਦੇ ਦਿਨ ਤੱਕ ਕਰ ਰਿਹਾ ਜੀ, ਕਿਉਂ ਨਾ ਕਰਾਂਗੇ ਜੀ? ਇਹਨਾਂ ਦੀ ਐਂਟੀ ਪੰਜਾਬ ਪਾਲਿਸੀਜ਼ ਦਾ ਵਿਰੋਧ ਅਸੀਂ ਕਰਨਾ ਹੀ ਕਰਨਾ ਜੀ। ਅਸੀਂ ਕਿਹੜੀ ਗੱਲੋਂ ਮੂੰਹ ਬੰਦ ਕਿਹੜੀ ਗੱਲੋਂ ਕਰਾਂਗੇ? ਮੈਂ ਇਸ ਕਰਕੇ ਸਵਾਲ ਬਾਰ-ਬਾਰ ਕਰ ਰਿਹਾ ਕਿਉਂਕਿ ਤੁਹਾਡੇ ਵੋਟਰ ਜਾਂ ਜਿਹੜੇ ਵਰਕਰ ਨੇ ਉਹੀ ਥੋੜੇ ਸ਼ਾਇਦ ਕਨਫਿਊਜ਼ ਹੋਣਗੇ। ਬਿਲਕੁਲ, ਤੁਸੀਂ ਮੇਰੀ ਸੁਣ ਲਓ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਵਰਕਰ ਦਾ ਫੋਨ ਆਉਂਦਾ ਕਿ ਬਾਜਵਾ ਸਾਹਿਬ ਅੰਡਰ ਨੋ ਸਰਕਮਸਟੈਂਸਸ ਇਹ ਗਲਤੀ ਨਾ ਕਦੇ ਖਾ ਜਿਓ। ਆਪਣੀ ਜਗ੍ਹਾ ਕਿਤੇ ਦਿੱਲੀ 'ਚ ਗਲਤੀ ਹੋਈ ਸੀ। ਚਲੋ ਆਪਾਂ ਛੱਡੀਏ। ਨਹੀਂ, ਤੁਸੀਂ ਨਹੀਂ, ਮੈਂ ਦੁਬਾਰਾ ਮੈਂ ਉਸੇ ਪੁਆਇੰਟ ਤੇ ਆ ਰਿਹਾ। ਮੈਂ ਸਿੱਧਾ ਸਵਾਲ ਤੇ ਰਹਾ। ਤੁਸੀਂ ਇੱਥੇ ਕਹਿ ਰਹੇ ਹੋ ਕਿ ਠੀਕ ਹੈ ਕਿਸੇ ਵੀ ਸਰਕਮਸਟੈਂਸਿਸ ਵਿੱਚ ਨਹੀਂ ਹੋਣਗੇ, ਪਰ ਗੱਲ ਇਹ ਹੈ ਕਿ ਜਿਹੜੇ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਤੁਸੀਂ ਨਿਸ਼ਾਨੇ ਸਾਧਦੇ ਹੋ, ਉਹੀ ਤੁਹਾਡੀ ਟਾਪ ਲੀਡਰਸ਼ਿਪ ਦੇ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਨੇ ਮੀਟਿੰਗਾਂ ਦੇ ਵਿੱਚ, ਪ੍ਰੈਸ ਕਾਨਫਰੰਸ ਵਿੱਚ। ਨਹੀਂ, ਤੁਸੀਂ ਮੈਨੂੰ ਦੱਸਿਓ ਕਿ ਹੁਣ ਦਿੱਲੀ 'ਚ ਜੇ ਹਰਿਆਣਾ ਦੇ ਵਿੱਚੋਂ ਸਟੇਜ ਇਕੱਠੀ ਕਰ ਰਹੇ ਹੁਣ ਸਾਂਝੀ, ਪੰਜਾਬ 'ਚ ਤੁਸੀਂ ਉਹਨਾਂ ਪਰ ਨਿਸ਼ਾਨੇ ਸਾਧ ਰਹੇ ਹੋ, ਵੋਟਰ ਕਹੇਗਾ ਕਿ ਨਹੀਂ, ਉਹ ਵੋਟਰ ਛੱਡ ਲਓ। ਭਗਵੰਤ ਮਾਨ ਨੇ ਕੋਈ ਕਸਰ ਛੱਡੀ ਕਾਂਗਰਸੀਆਂ ਨੇ ਜੋ ਕੀਤਾ 1.5 ਸਾਲ 'ਚ? ਇਹਨੇ ਕੋਈ ਕਸਰ ਛੱਡੀ? ਪਰ ਤੁਹਾਡੀ ਜਾਂ ਅਰਵਿੰਦ ਕੇਜਰੀਵਾਲ ਨੇ ਜੋ ਨੈਸ਼ਨਲ ਲੀਡਰਸ਼ਿਪ ਬਾਰੇ ਜਾਂ ਕਾਂਗਰਸ ਦੀ ਲੀਡਰਸ਼ਿਪ ਬਾਰੇ ਕਿਹਾ ਕੋਈ ਕਸਰ ਛੱਡੀ? ਪਰ ਅੱਜ ਹੱਥ ਮਿਲਾ ਰਹੇ ਰਾਹੁਲ ਗਾਂਧੀ ਦੇ ਨਾਲ, ਸਟੇਜ ਸਾਂਝੀ ਕਰ ਰਹੇ, ਪ੍ਰੈਸ ਕਾਨਫਰੰਸ ਸਾਂਝੀ ਹੋ ਰਹੀ। ਯਾਰ ਉੱਥੇ ਕਰ ਲੈਣ ਦੋ, ਅਸੀਂ ਤੇ ਨਹੀਂ ਇਹਨਾਂ ਨਾਲ ਹੱਥ ਮਿਲਾਉਂਦੇ। ਅਸੀਂ ਤੇ ਨਾਲ ਬਹਿ ਕੇ ਵੀ ਰਾਜੀ ਨਹੀਂ। ਮੈਨੂੰ ਵੇਖੇ ਹੀ ਬੈਠੇ ਆ ਭਗਵੰਤ ਨਾਲ।
ਇਹ ਤੁਸੀਂ ਨਿਊਜ਼ 18 ਤੇ ਐਲਾਨ ਕਰਦੇ ਹੋ ਕਿ ਕਦੀ ਸਟੇਜ ਸਾਂਝੀ ਨਹੀਂ ਹੋਏਗੀ, ਜ਼ਿੰਦਗੀ ਜੋ ਮਰਜ਼ੀ ਹੋ ਜਾਏ। ਪੰਕਜ ਜੀ ਐਵੇਂ ਗੱਲਾਂ ਆਪਾਂ ਜਿਹੜੇ ਮੌਕੇ ਦੀਆਂ ਉਹ ਗੱਲਾਂ ਕਰੀਏ, ਨਿਊਜ਼ 18 ਤੇ ਕੀ ਐਲਾਨ ਕਰਨਾ ਉਹ ਤੇ ਮੌਕਾ ਅੰਤ ਹੀ ਕਰਾਂਗੇ ਜੋ ਕਰਨਾ ਹੈ। ਤੁਸੀਂ 13 ਦੀਆਂ 13 ਐਲਾਨ ਕਰਦੇ ਨਹੀਂ, ਮੈਂ ਕਿਹੜਾ ਐਫੀਡੇਵਿਟ ਚਾਹੁੰਦੇ ਹੋ, ਮੈਂ ਤੈਨੂੰ ਸਿੱਧਾ ਦੱਸ। ਨਹੀਂ ਤੁਸੀਂ ਆਲਰੇਡੀ ਕਰ ਚੁੱਕੇ ਹੋ। ਸਾਨੂੰ ਆਲਰੇਡੀ ਕਰ ਚੁੱਕਿਆ, ਸਾਨੂੰ ਤੇ ਦਰਸ਼ਨ ਕਰਨੇ ਵੀ ਨਹੀਂ, ਮੈਂ ਤੈਨੂੰ ਪਸੰਦ ਹੀ ਨਹੀਂ ਕਰਦਾ ਬਿਲਕੁਲ। ਅੱਛਾ ਇੱਕ ਮੈਂ ਹੋਰ ਸਵਾਲ, ਤੈਨੂੰ ਪਤਾ ਬਿਲਕੁਲ ਇਹਨਾਂ ਦਾ ਕੋਈ ਬੰਦਾ ਮੈਂ ਪਸੰਦ ਨਹੀਂ ਕਰਦਾ, ਆਪ ਦੀ ਤੇ ਤੁਸੀਂ ਇਹਦੀ ਭਗਵੰਤੀ ਤੇ ਗੱਲ ਹੀ ਛੱਡ ਲਓ। ਆਈ ਡਿਸਲਾਈਕ ਦੈਮ। ਨਹੀਂ ਕਿਉਂ ਵੈਸੇ ਨਹੀਂ, ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਕੀ ਕਹਿੰਦੇ ਨੇ, ਉਹਨਾਂ ਦੀ ਗੱਲ ਉਹ ਇਸੇ ਕਰਕੇ ਕਹਿੰਦੇ ਸਾਨੂੰ ਤਾਂ ਹੀ ਨਹੀਂ ਪਸੰਦ ਕਰਦੇ ਕਿਉਂਕਿ ਅਸੀਂ ਆਮ ਘਰਾਂ ਚੋਂ ਉੱਠ ਕੇ ਆ ਗਏ, ਇਹਨਾਂ ਦੇ ਕੋਲ ਜਿਹੜੀ ਸੱਤਾ ਸੀ ਉਹ ਲੋਕਾਂ ਨੇ ਸਾਨੂੰ ਦਿੱਤੀ, ਕਹਿੰਦੇ ਇਸ ਕਰਕੇ ਸਾਨੂੰ ਪਸੰਦ ਨਹੀਂ। ਅਸੀਂ ਕਿਤੋਂ ਉੱਤੋਂ ਡਿੱਗੇ ਆ ਜੀ, ਅਸੀਂ ਖਜੂਰੋਂ ਡਿੱਗੇ ਆ ਜੀ, ਇਹ ਆਮ ਘਰਾਂ ਦੇ ਨੇ ਤੇ ਅਸੀਂ ਵੀ ਆਮ ਘਰਾਂ ਦੇ। ਵਾਰ-ਵਾਰ ਕਹਿੰਦੇ ਦੇਖੋ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤ, ਮੈਂ ਸੀਐਮ ਬਣ ਗਿਆ, ਉਹ ਤੁਸੀਂ ਇਹ ਇਕੱਲਾ ਬਣਿਆ। ਸਾਹਿਬ ਪ੍ਰਤਾਪ ਸਿੰਘ ਕੈਰੋਂ ਦਾ ਬਾਪ ਕੌਣ ਸੀ ਜੀ? ਉਹ ਵੀ ਮਾਸਟਰ ਸੀ। ਨਹੀਂ ਇਹ ਇਕੱਲਾ ਹੀ ਹੈ ਜੀ। ਬਾਜਵਾ ਜੀ ਮੈਨੂੰ ਇਹ ਦੱਸੋ, ਜਦੋਂ ਤੁਸੀਂ ਰਾਜ ਸਭਾ 'ਚ ਸੀ, ਤੁਸੀਂ ਮੈਨੂੰ ਦੱਸੋ ਉਹ ਕਿਹੜੀ ਬਾਕੀ ਨਹੀਂ ਰਾਜ ਸਭਾ ਗਲੇ ਮਿਲਦੇ ਸੀ ਸੈਂਟਰ ਹਾਲ ਦੇ ਵਿੱਚ ਇਕੱਠੇ ਤੁਸੀਂ ਕਈ ਵਾਰ ਬੈਠੇ ਹੋ। ਇਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ, ਜੋ ਇਹ ਝੂਠ ਬੋਲਦੇ ਨੇ, ਜੋ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੈ, ਜੋ ਇਹ ਕਰ ਰਹੇ ਨੇ, ਤੁਸੀਂ ਸਮਝਦੇ ਹੋ ਕੋਈ ਓਨੈਸਟ ਹੈ ਇਹਨਾਂ 'ਚ ਕੋਈ ਜੀ? ਇਹਨਾਂ ਦਾ ਕੋਈ ਐਮਐਲਏ, ਇਹਨਾਂ ਦਾ ਕੋਈ ਮਿਨਿਸਟਰ ਜਾਂ ਸੀਐਮਓ ਜਿਹੜਾ ਜੀ, ਜੋ ਇਹਨਾਂ ਦੇ ਪ੍ਰੋਗਰਾਮਸ ਨੇ। ਜਲੰਧਰ ਆਪਣੇ ਕੰਮਾਂ ਦਾ ਫਤਵਾ ਦੱਸਦੇ, ਉਹ ਕਿਹੜਾ ਫਤਵਾ ਹੈ ਜੀ? ਉਹ ਕਹਿੰਦੇ ਦੇਖੋ ਅਸੀਂ ਬਿੱਲ ਫ੍ਰੀ ਕਰਤੇ ਤਾਂ ਕਰਕੇ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਮੈਂ ਕਹਿੰਦਾ ਫਿਰ ਅਸੀਂ ਕਦੋਂ ਕਹਿ ਰਹੇ ਹਾਂ ਜੇ ਜੇ ਫਤਵਾ ਇਹਨਾਂ ਦੇ ਹੱਕ 'ਚ ਹੋਏ, ਮੈਨੂੰ ਦੱਸੋ, ਤੁਸੀਂ ਤੇ ਬੜੇ ਸਿਆਣੇ ਹੋ, ਫਿਰ ਕਾਂਗਰਸ ਤੇ ਡੈਸਪਰੇਟ ਹੋਏ ਇਹਨਾਂ ਨਾਲ ਇਲੈਕਸ਼ਨ ਲੜਨ ਵਾਸਤੇ? ਤੁਸੀਂ ਮੈਨੂੰ ਇੰਨਾ ਸਮਝਾਓ। ਕਾਂਗਰਸ ਦਾ ਤੇ ਕੋਈ ਬੰਦਾ, ਤੁਸੀਂ ਪ੍ਰਤਾਪ ਸਿੰਘ ਬਾਜਵਾ ਤੇ ਛੱਡ ਹੀ ਲਓ, ਮੈਂ ਜੋ ਇੱਥੇ ਗੱਲ ਕਹਿ ਰਿਹਾ ਉਹ ਆਪਣੇ ਵਰਕਰਾਂ ਦੀ ਜਿਹੜੀ ਗੱਲ ਹੈ ਉਹ ਮੈਂ ਸਾਹਮਣੇ ਪੇਸ਼ ਕਰਾਂ। ਕਾਂਗਰਸ ਦਿੱਲੀ ਵਾਲੇ ਰਿਜ਼ਲਟ ਦੇਖ ਕੇ ਡਰ ਰਹੀ ਹੈ ਨਾ, ਕਿਤੇ ਦਿੱਲੀ 'ਚ ਜਿਵੇਂ ਜ਼ੀਰੋ ਤੇ ਹੋ ਗਈ, ਪੰਜਾਬ 'ਚ ਇਹ ਹਾਲਤ ਨਾ ਹੋ ਜਾਏ, ਤਾਂ ਡਰ ਰਹੀ ਹੈ। ਦਿੱਲੀ ਦਾ ਕੋਈ ਨਹੀਂ, ਅਸੀਂ ਪਸੰਦ ਹੀ ਨਹੀਂ ਕਰਦੇ ਇਹਨਾਂ ਦੀ, ਨਾ ਇਹਨਾਂ ਦੀ ਪਾਲਿਸੀ ਨੂੰ ਪਸੰਦ ਕਰਨੇ ਆ, ਨਾ ਇਹਨਾਂ ਦੇ ਕਿਸੇ ਪ੍ਰੋਗਰਾਮ ਨੂੰ ਪਸੰਦ ਕਰਨਾ, ਨਾ ਇਹਨਾਂ ਨੂੰ ਪਸੰਦ ਕਰਨਾ। ਇਸੇ ਨਾਲ ਹੀ ਸਨਾਤਨ ਧਰਮ ਨੂੰ ਲੈ ਕੇ ਇੰਡੀਆ ਅਲਾਈਅੰਸ ਦੇ ਇੱਕ ਲੀਡਰ ਦੀ ਸਟੇਟਮੈਂਟ ਆਈ, ਬੀਜੇਪੀ ਨਿਸ਼ਾਨੇ ਸਾਧ ਰਹੀ ਹੈ, ਬੀਜੇਪੀ ਲਗਾਤਾਰ ਨਿਸ਼ਾਨੇ ਸਾਧ ਰਹੀ ਹੈ। ਮੈਂ ਉਹ ਪੜ੍ਹੀ ਨਹੀਂ ਜੋ ਉਹਨਾਂ ਨੇ ਦਿੱਤੀ ਸਰ। ਵਾਪਸ ਅਲਾਈਅੰਸ ਤੇ ਆਪਣੇ ਕੋਲ ਸਮਾਂ 1-2 ਮਿੰਟ ਦਾ ਹੀ ਬਾਕੀ ਹੈ। 13 ਦੀਆਂ 13 ਸੀਟਾਂ ਤੇ ਚੋਣ ਲੜੋਗੇ ਪੰਜਾਬ ਦੀਆਂ? 100%। ਅਗਰ ਹਾਈ ਕਮਾਂਡ ਨੇ ਸੀਟ ਸ਼ੇਅਰਿੰਗ ਦੇ ਲਈ ਕਿਹਾ ਤਾਂ ਪ੍ਰਤਾਪ ਬਾਜਵਾ ਦਾ ਕੀ ਅਗਲਾ ਐਕਸ਼ਨ ਹੋਏਗਾ? ਪਹਿਲੇ ਕਹਿ ਤੇ ਲੈਣ ਦਿਓ, ਪਹਿਲੇ ਮੈਂ ਅਗਲਾ ਐਕਸ਼ਨ ਤੁਹਾਨੂੰ ਪਹਿਲੇ ਦੱਸ ਦਵਾਂ। ਨਹੀਂ ਤਿਆਰ ਹੋ ਜਾਓਗੇ ਇਕੱਠੇ ਲੜਨ ਵਾਸਤੇ? ਮੇਰੀ ਇੱਕ ਸੁਣੋ ਤੇ ਸਹੀ। ਨਹੀਂ ਪਤਾ ਤੁਹਾਡੇ ਵਰਕਰ ਕੀ ਸੋਚਦੇ ਆ, ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਤੱਕ ਸ਼ਾਇਦ ਉਹ ਗੱਲ ਪਹੁੰਚਦੀ ਹੋਵੇ, ਸਾਡੇ ਨਾਲ ਵੀ ਬਹੁਤ ਗੱਲਾਂ ਕਰਦੇ, ਉਹ ਇਹ ਸੋਚਦੇ ਆ ਕਿ ਹੁਣ ਜੇ ਹਾਈ ਕਮਾਂਡ ਨੇ ਕਹਿ ਦਿੱਤਾ ਤਾਂ ਫਿਰ ਮੰਨਣਾ ਹੀ ਪੈਣਾ ਲੀਡਰਸ਼ਿਪ। ਕਹਿੰਦੇ ਅਜਿਹਾ ਨਾ ਹੋਵੇ ਕਿ ਅਨੰਦਪੁਰ ਆਮ ਆਦਮੀ ਪਾਰਟੀ ਵੀ ਅਸੀਂ ਤਿਆਰੀ ਕਰਦੇ ਰਹੀਏ ਸੀਟ ਉਧਰਲੇ ਪਾਸੇ ਚਲੇ ਜਾਏ। ਤੁਸੀਂ ਮੇਰੀ, ਕਿਉਂਕਿ ਦੇਖੋ ਦਿੱਲੀ ਦੇ ਵਿੱਚ ਅਲਕਾ ਲਾਂਬਾ ਨੇ ਸਟੇਟਮੈਂਟ ਦਿੱਤੀ, ਉਸ ਤੋਂ ਅੱਧੇ ਘੰਟੇ ਬਾਅਦ ਪਾਰਟੀ ਦੀ ਸਟੇਟਮੈਂਟ ਆ ਗਈ ਕਿ ਲਾਂਬਾ ਨੂੰ ਕਿਹਾ ਤੇ ਮੈਨੂੰ ਕਿਉਂ ਨਹੀਂ ਕਿਹਾ ਕਿਸੇ ਨੇ ਅਜੇ ਤੱਕ? ਤੁਸੀਂ ਕਹੋਗੇ 13 ਸੀਟਾਂ ਲੜ ਰਹੇ ਹਾਂ ਅਸੀਂ? ਮੈਂ ਕਹਿ ਰਿਹਾ 13 ਸੀਟਾਂ ਲੜਾਂਗੇ, ਸਾਰੇ ਵਰਕਰਾਂ ਨੂੰ ਮੈਂ ਕਹੂੰ ਤਗੜੇ ਹੋਵੋ, ਕਮਰ ਕਸੇ ਕਰੋ, 13 ਲੜਾਂਗੇ, ਮੈਜੋਰਟੀ ਜਿੱਤਾਂਗੇ। ਹਾਈ ਕਮਾਂਡ ਦੀ ਤੁਹਾਨੂੰ ਝੰਡੀ ਹੈ 13 ਦੀ 13? ਤੁਸੀਂ ਆਪਾਂ ਇਹਨੂੰ ਛੱਡ ਲਈਏ ਝੰਡੀ ਨੂੰ, ਮੈਂ ਤੇ ਤੁਹਾਨੂੰ ਇੱਕੋ ਗੱਲ ਕਹਿਤੀ ਹੈ, 13 ਦੀਆਂ 13 ਲੜਾਂਗੇ। ਸਾਡਾ ਇਹਨਾਂ ਨਾਲ ਕੋਈ, ਵੇਖੋ ਸਾਡਾ ਢਿੱਡ ਹੀ ਨਹੀਂ ਰਲਦਾ ਇਹਨਾਂ ਨਾਲ, ਸਾਡਾ ਢਿੱਡ ਹੀ ਨਹੀਂ ਰਲਦਾ ਕਿਉਂਕਿ ਝੂਠੇ ਨੇ, ਫਰੋਡੀਏ ਨੇ। ਉਹ ਜਿਸ ਤਰ੍ਹਾਂ ਉਹ ਕਹਿੰਦੇ, ਉਹ ਜਿਹੜਾ ਉਹ ਕੀ ਸ਼ਬਦ ਵਰਤਦੇ ਹੁੰਦੇ ਨੇ ਸਾਡੇ, ਉਹ ਜਿਹੜੀ ਉਹ ਕੀ ਉਹ ਜਿਹੜੇ ਉਹ ਕਹਿੰਦੇ ਅਸੀਂ ਉਹ ਹੈ ਆ, ਕੀ ਵਰਡ ਇਹਨਾਂ ਦੇ, ਇਨਕਲਾਬੀ ਜਿਹੜੇ ਨੇ, ਝੂਠੇ ਇਨਕਲਾਬੀ ਨੇ। ਕੋਈ ਇਹਨਾਂ ਦੀ ਕੋਈ, ਤੁਸੀਂ ਵੇਖੋ ਅੱਜ ਜਿਸ ਹਿਸਾਬ ਦੇ ਨਾਲ ਦੁਰਵਰਤੋਂ ਹੈਲੀਕਾਪਟਰਸ ਦੀ, ਜਹਾਜ਼ਾਂ ਦੀ, ਪਬਲਿਸਿਟੀ ਦੀ ਇਹ ਭਗਵੰਤ ਕਰ ਰਿਹਾ, ਸਿਕਿਉਰਿਟੀ ਦੀ ਇਹ ਕਰ ਰਿਹਾ, ਜੋ ਇਹਨਾਂ ਕਿਹਾ ਉਹਦੇ ਕੰਪਲੀਟਲੀ ਉਲਟ ਕੀਤਾ। ਸੋ ਇਹਨਾਂ ਦੀ ਜਿਹੜੀਆਂ ਪਾਲਿਸੀਜ਼ ਨੇ, ਜਿਹੜੀ ਇਹਨਾਂ ਦੀ ਸੋਚ ਹੈ, ਮੈਂ ਸਮਝਿਆ ਦੇ ਆਰ ਦੀ ਬਿਗੇਸਟ ਬਲਫ ਪਾਰਟੀ ਆਫ ਬਾਜਵਾ ਸਾਹਿਬ। ਜਦੋਂ ਤੁਹਾਡੀ ਸਰਕਾਰ ਸੀ ਇਹ ਹੈਲੀਕਾਪਟਰ ਵਾਲੇ ਇਲਜ਼ਾਮ ਤੁਹਾਡੇ ਤੇ ਲੱਗਦੇ ਸੀ, ਅੱਜ ਉਹਨਾਂ ਦੀ ਲੱਗਦੇ ਹੋਣਗੇ। ਅਸੀਂ ਕੋਈ ਇਹ ਗੱਲ ਕਹਿ ਚੰਨੀ ਸਾਹਿਬ ਤੇ ਬਹੁਤ ਇਲਜ਼ਾਮ ਲਗਾਉਂਦੇ ਸੀ। ਮੈਂ ਇਹ ਜਿਹੜੀ ਗੱਲ ਕਹਿ ਰਿਹਾ ਛੋਟੇ ਵੀਰ, ਅਸੀਂ ਕਦੀ ਇਹ ਕਹਿ ਕੇ ਤੇ ਨਹੀਂ ਸੀ ਆਏ ਕਿ ਅਸੀਂ 3 ਕਮਰਿਆਂ ਦੇ ਘਰ 'ਚ ਰਵਾਂਗੇ ਜੀ, ਅਸੀਂ ਸਿਕਿਉਰਿਟੀ ਦਾ ਇੱਕ ਬੰਦਾ ਆਪਣੇ ਕੋਲ ਨਹੀਂ ਰਵਾਂਗੇ, ਅਸੀਂ ਜੀ ਟੀਏ ਨਹੀਂ ਲਵਾਂਗੇ ਜੀ, ਅਸੀਂ ਡੀਏ ਨਹੀਂ ਲਵਾਂਗੇ, ਅਸੀਂ ਸਾਈਕਲ ਤੇ ਚੜ੍ਹ ਕੇ ਆਵਾਂਗੇ। ਆਹ ਤੇ ਸਾਰਾ ਕੁਝ ਹੈ। ਮੈਂ ਤਾਂ ਗੱਲ ਕਹਿ ਰਿਹਾ ਕਿ ਵੇਖੋ, ਮੈਨੂੰ ਇੱਕ ਗੱਲ ਸਮਝਾਓ, ਅਸੀਂ ਇੱਕ ਦੂਜੇ ਦਾ ਕਿਸੇ ਨੇ ਕੋਈ ਨੁਕਸਾਨ ਜ਼ਾਤੀ ਤੇ ਕੀਤਾ ਨਹੀਂ। ਜੇ ਮੈਨੂੰ ਇਹ ਉੱਤੋਂ ਹੀ ਅੰਦਾਜ਼ਾ ਹੀ ਹੋਏ ਕਿ ਅਸੀਂ ਇਕੱਠੇ ਹੀ ਲੜਨੀ ਹੈ ਤੇ ਮੈਨੂੰ ਅੱਜ ਆ ਕੇ ਤੁਹਾਡੇ ਨਿਊਜ਼ 18 ਤੇ ਗੱਲ ਕਹਿਣ ਦੀ ਕੀ ਲੋੜ ਹੈ? ਆਈ ਹੈਵ ਨੋ ਐਕਸ ਟੂ ਗ੍ਰਾਈਂਡ। ਅੰਦਰੋਂ ਅੰਦਾਜ਼ਾ ਹੈ ਕਿ ਨਹੀਂ ਲੜਾਂਗੇ ਅਸੀਂ? ਮੇਰਾ ਤੇ 100% ਅਸੀਂ ਤੇ ਪੂਰਾ ਜ਼ੋਰ ਉੱਤੇ ਲਾਵਾਂਗੇ ਕਿ ਇਹਨਾਂ ਤੋਂ ਸਾਨੂੰ ਦੂਰ ਰੱਖੋ।
ਅਸੀਂ ਤੇ ਇਹਨਾਂ ਦੇ ਦਰਸ਼ਨ ਕਰਨੇ ਵੀ ਚੰਗੇ ਨਹੀਂ ਸਮਝਦੇ। ਬਾਈ ਇੱਕ ਕਿਉਂਕਿ ਪੰਜਾਬ ਦੀ ਜੋ ਹਾਲਤ ਹੈ ਇਸ ਵੇਲੇ ਬੜੀ ਬੁਰੀ ਹਾਲਤ ਤੋਂ ਵੇਖੋ ਅੱਜ ਕਰਜ਼ਾ ਚੜਿਆ ਪਿਆ, ਤੁਹਾਨੂੰ ਲੱਗਦਾ ਵਪਾਰ ਖੁੱਲਣਾ ਚਾਹੀਦਾ ਪਾਕਿਸਤਾਨ ਦੇ ਨਾਲ, ਤੁਹਾਨੂੰ ਲੱਗਦਾ ਪਾਕਿਸਤਾਨ ਦੇ ਨਾਲ ਲਾਂਘਾ ਖੁੱਲਣਾ ਚਾਹੀਦਾ? ਕਿਉਂਕਿ ਕਾਂਗਰਸ ਦੇ ਕਈ ਲੀਡਰ ਦੇ ਰਹੇ ਬਿਆਨ 2024 ਚ ਅਗਰ ਸਰਕਾਰ ਬਣਦੀ ਹੈ ਇੰਡੀਆ ਅਲਾਈਅੰਸ ਦੀ, ਤਾਂ ਇੰਡੀਆ ਅਲਾਈਅੰਸ ਬਣੇਗੀ ਤੇ ਅਸੀਂ 100% ਕੋਸ਼ਿਸ਼ ਕਰਾਂਗੇ ਪੰਜਾਬ ਦਾ ਤੇ ਬਚਾ ਹੀ ਤਾਂ ਹੈ ਜੇ ਵਾਘੇ ਦਾ ਬਾਰਡਰ ਤੇ ਅਟਾਰੀ ਦਾ ਬਾਰਡਰ ਤੇ ਹੁਸੈਨੀ ਵਾਲੇ ਦਾ ਬਾਰਡਰ ਖੁੱਲੇਗਾ। ਕਿਉਂਕਿ ਟ੍ਰੈਡੀਸ਼ਨਲ ਟ੍ਰੇਡ ਰੂਟ ਹਜ਼ਾਰਾਂ ਸਾਲਾਂ ਤੋਂ ਕਿਉਂ ਪੰਜਾਬ ਦੀ ਇਹ ਸਰਜ਼ਮੀਨ ਅਮੀਰ ਸੀ? ਕਿਉਂਕਿ ਸਾਡੇ ਕੋਲ ਕੋਈ ਬੰਦਰਗਾਹ ਹੈ ਨਹੀਂ, ਸਾਡੇ ਕੋਲ ਕੋਈ ਪੋਰਟ ਹੈ ਨਹੀਂ। ਸਾਡਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੈਂਟਰਲ ਏਸ਼ੀਆ ਤੋਂ ਸਿੱਧਾ ਚੱਲਦਾ ਹੋਇਆ ਟ੍ਰੇਡ ਜਿੰਨੀ ਸੀ ਉਹ ਆਂਦੀ ਪਸ਼ਾਵਰ, ਪਸ਼ਾਵਰ ਤੋਂ ਲਾਹੌਰ, ਲਾਹੌਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਸਾਰੇ ਦੇਸ਼। ਸਾਨੂੰ ਸਾਡਾ ਇੱਕੋ ਹੀ ਚਾਰਾ ਹੈ, ਬਿਗੇਸਟ ਟ੍ਰੇਡਿੰਗ ਸੈਂਟਰ ਪੰਜਾਬ ਤਾਂ ਹੀ ਬਣ ਪਾਏਗਾ ਜੇ ਦਰਵਾਜ਼ਾ ਖੁੱਲੇਗਾ। ਜੇ ਦਰਵਾਜ਼ਾ ਨਹੀਂ ਖੁੱਲੇਗਾ, ਜਿਹੜੇ ਹਥਿਆਰ ਡਰੱਗਸ ਆ ਰਹੇ ਨੇ, ਉਹ ਤੁਸੀਂ ਗੱਲ ਨਹੀਂ, ਜੇ ਇੱਥੇ ਤੁਸੀਂ ਗੱਲ ਨਹੀਂ ਸਮਝੀ, ਆਮਦਨ ਹੋਏਗੀ ਤੇ ਵੈਸਟਡ ਇੰਟਰਸਟ ਹੋ ਜਾਏਗਾ ਦੋਨੋਂ ਪਾਸੇ ਲੋਕਾਂ ਦਾ ਕਿ ਇੱਥੇ ਸ਼ਾਂਤੀ ਰਹਿਣੀ ਚਾਹੀਦੀ। ਜੇ ਟ੍ਰੇਡ ਹੋਏਗੀ, ਜੇ ਲੋਕਾਂ ਨੂੰ ਆਮਦਨ ਹੋਏਗੀ ਤੇ 2 ਨੰਬਰ ਦਾ ਕੰਮ ਰੁਕ ਜਾਏਗਾ। ਇੰਡੀਆ ਅਲਾਈਅੰਸ ਅਗਰ ਜਿੱਤਦਾ ਹੈ ਲੋਕ ਸਭਾ ਦੇ ਵਿੱਚ, ਤੁਸੀਂ ਕਹਿੰਦੇ ਹੋ ਸਰਕਾਰ ਤੁਹਾਡੀ ਆਂਦੀ ਹੈ ਵਾਘਾ ਬਾਰਡਰ ਖੁੱਲੇਗਾ? 100% ਜੀ, ਅਸੀਂ ਹਰ ਪੁਰਜ਼ੋਰ ਸਾਡੀ ਕੋਸ਼ਿਸ਼। ਠੀਕ ਹੈ, ਚਲੋ ਸਮਾਂ ਖਤਮ ਹੋ ਗਿਆ। ਇੱਕ ਬਹੁਤ ਛੋਟਾ ਜਿਹਾ ਮੈਂ ਸਵਾਲ ਜ਼ਰੂਰ ਹੈ, ਐਸਮਾ ਦੇ ਉੱਤੇ ਤੁਹਾਡੀ ਕੀ ਸਟੇਟਮੈਂਟ ਹੈ? ਮੈਂ ਐਡ ਕਰ ਦਵਾਂ ਇਸ ਦੇ ਵਿੱਚ ਹੀ, ਤੁਹਾਡੇ ਇੱਕ ਲੀਡਰ ਰਵਨੀਤ ਬਿੱਟੂ ਜਿਹੜੇ ਆਮ ਤੌਰ ਤੇ ਤੁਹਾਡੇ ਨਾਲ ਬਹੁਤਾ ਨਜ਼ਰ ਆਉਂਦੇ ਨਹੀਂ ਜਿੱਥੇ ਬਹੁਤਾ ਕੋਈ ਪਾਰਟੀ ਫੰਕਸ਼ਨ ਹੋਵੇ, ਉਹ ਉਸ ਦੀ ਹਮਾਇਤ 'ਚ ਸੀ ਕਿ ਹਾਂ ਐਕਸ਼ਨ ਹੋਣਾ ਚਾਹੀਦਾ। ਬਿਲਕੁਲ ਮੈਂ ਇਹਦੇ ਉਲਟਾ ਜੀ, ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਹੀ ਖਿਲਾਫ ਹੈ ਐਸਮਾ ਜਿਹੜੀ ਹੈ। ਐਸਮਾ ਕਿਹੜੀ ਗੱਲੋਂ ਉਹਨਾਂ ਤੇ ਲੱਗਣੀ ਚਾਹੀਦੀ? ਡੈਮੋਕ੍ਰੈਟਿਕ ਹੱਕ ਨਹੀਂ ਜੀ। ਇਹ ਨਹੀਂ ਕਰਦੇ ਰਹੇ ਆਪ ਵਾਲੇ ਜਦੋਂ ਆਪੋਜੀਸ਼ਨ ਵਿੱਚ ਸੀ। ਇਹ ਆਪਣੀਆਂ ਮੰਗਾਂ ਪਿੱਛੇ ਕੌਣ ਨਹੀਂ ਲੜਦਾ ਜੀ? ਉਹਨਾਂ ਨੇ ਇਹ ਨਹੀਂ ਗੱਲ ਕਹੀ। ਵੇਖੋ, ਮੈਂ ਪਟਵਾਰੀਆਂ ਨੂੰ, ਗੁਰਦਾਵਰਾਂ ਨੂੰ, ਡੀਸੀ ਮੁਲਾਜ਼ਮਾਂ ਨੂੰ ਚੰਗੀ ਤਰ੍ਹਾਂ ਸੁਣਿਆ। ਉਹਨੇ ਕਿਹਾ ਜਿਹੜੀਆਂ ਸਾਨੂੰ ਜੌਬਸ ਦਿੱਤੀਆਂ ਐਂਡ ਸਪੈਸ਼ਲੀ ਜਿਨ੍ਹਾਂ ਦਾ ਮੁਆਵਜ਼ੇ ਨਾਲ ਕਨੈਕਸ਼ਨ ਹੈ, ਜਿਹੜਾ ਸਾਡੇ ਹੜ੍ਹਾਂ ਦਾ ਹੈ, ਉਹ ਅਸੀਂ ਪੂਰੀ ਕਰਾਂਗੇ। ਬਟ ਜਿਹੜੇ ਸਾਨੂੰ ਫਾਲਤੂ ਦੇ, ਤੁਸੀਂ ਇੱਕ ਪਟਵਾਰੀ ਨੂੰ ਇੱਕ ਜਿਹੜਾ ਉਹਦਾ ਪਟਵਾਰ ਸਰਕਲ ਦਿੱਤਾ ਉੱਥੇ ਡਿਊਟੀ ਕਰਾਂਗੇ, ਪਰ ਜਿਹੜੇ 2-2 3-3 ਸਾਨੂੰ ਦਿੱਤੇ ਨੇ ਵਿਦਆਊਟ ਬੀਇੰਗ ਪੇਡ ਫॉर दैट, ਵੀ ਆਰ ਨਾਟ ਗੋਇੰਗ ਟੂ ਡੂ दैट। ਯੂ ਕੈਨਟ ਫੋਰਸ ਐਨੀਬਡੀ। ਹੁਣ ਤੁਹਾਨੂੰ ਇੱਕ ਜੌਬ ਦਿੱਤੀ ਹੈ ਨਿਊਜ਼ 18 ਨੇ, ਜਿਹੜੀ ਸਵੇਰ ਦੇ 10 ਵਜੇ ਤੋਂ 5 ਵਜੇ ਤੱਕ, ਦੇ ਕੈਨਟ ਫੋਰਸ ਯੂ ਟੂ ਸੈਟ ਟਿਲ 12 o'clock ਐਟ ਨਾਈਟ, ਰਾਤ ਦੇ 12 ਵਜੇ ਤੱਕ ਤੁਹਾਡੇ ਜਾਂ ਤੁਹਾਨੂੰ ਐਕਸਟਰਾ ਪੇ ਦੇਣ ਤੇ ਧੱਕੇ ਨਾਲ ਤੇ ਤੁਹਾਨੂੰ ਬਾਹਰ ਨਹੀਂ ਸਕਦੇ। ਇਹ ਕਹਿਣਾ ਤੁਹਾਡੀਆਂ ਬਾਹਾਂ ਬੰਨ੍ਹ ਕੇ ਲੈ ਜਾਵਾਂਗੇ ਜੇ ਤੁਸੀਂ ਕੰਮ ਨਾ ਕਰੋਗੇ। ਸੋ ਐਸਮਾ ਇਜ਼ ਜਸਟ ਲਾਈਕ ਐਸਮਾ ਐਕਸਟ੍ਰੀਮ ਕੇਸਿਸ ਹੈ। ਅਜੇ ਤੱਕ ਕੋਈ ਐਕਸਟ੍ਰੀਮ ਕੇਸ ਤੇ ਹੋਇਆ ਹੀ ਨਹੀਂ। ਭਗਵੰਤ ਮਾਨ ਇਜ਼ ਅੰਡਰ ਇਲੂਜਨ। ਇਹਨੂੰ ਮੇਰਾ ਖਿਆਲ ਹੈ ਕਿ ਇਹਨੂੰ ਛੋਟਾ ਭਾਂਡਾ ਸੀ, ਪਾਣੀ ਬਹੁਤਾ ਪੈ ਗਿਆ, ਰੱਬ ਇਹਨੂੰ ਭੁੱਲਿਆ। ਇਸ ਟਾਈਮ ਹਵਾ 'ਚ ਉੱਡ ਰਿਹਾ, ਇੰਨੇ ਜੋਗਾ ਹੈ ਨਹੀਂ ਸੀ ਜਿੰਨਾ ਵੱਡਾ ਫਤਵਾ ਇਹਨੂੰ। ਲੇਕਿਨ ਉਹ ਕਹਿ ਰਹੇ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਕਿਸੇ ਮੋਸਟ ਮੇਰੀ ਸੁਣ ਕਾਕਾ, ਸਾਰਿਆਂ ਨੂੰ ਕਰਪਟ ਸਰਕਾਰ ਹੈ ਮੌਜੂਦਾ ਹੈ, ਸਾਰਿਆਂ ਨੂੰ ਕਰਪਟ। ਉਹ ਕਹਿ ਰਹੇ ਕਿ ਅਸੀਂ ਤਾਂ ਚਾਹੇ ਸਾਡਾ ਐਮਐਲਏ ਮੰਤਰੀ ਹੋਵੇ ਜਾਂ ਆਪੋਜੀਸ਼ਨ ਦਾ ਹੋਵੇ ਜਾਂ ਅਫਸਰ ਹੋਵੇ, ਅਸੀਂ ਟੰਗ ਰਹੇ। ਸਾਰਿਆਂ ਨੂੰ ਵੱਧ ਕਰਪਸ਼ਨ ਸੀਐਮਓ 'ਚ, ਸਾਰਿਆਂ ਨੂੰ ਵੱਧ ਕਰਪਟਡ ਦੇ ਐਮਪੀ ਨੇ, ਬੜੇ ਸੀਰੀਅਸ ਐਲੀਗੇਸ਼ਨ। ਬਿਲਕੁਲ 100%। ਉਹ ਕਹਿਣਗੇ ਕਿ ਤੱਥ ਰੱਖ ਦਿਓ, ਅਸੀਂ ਕਾਰਵਾਈ। ਮੈਂ ਤੇ ਕਿੰਨੀ ਵਾਰ ਰੱਖੇ ਨੇ ਜੀ, ਕੱਲ ਨੂੰ ਮਾਨਾ ਨਹੀਂ ਦਾ ਕੇਸ ਨਾ ਪਤਾ ਕਰ ਰਹੇ, ਕਿੰਨੇ ਰੋਕਿਆ ਇਹਨਾਂ ਨੂੰ ਕਰਨ? ਮੈਂ ਤੇ ਆਪ ਸ਼ਰੇਆਮ ਕਿਹਾ ਕਰਨ ਤੇ ਸਹੀ। ਸਬੂਤ ਹੈ ਕੋਈ? ਇੱਕ ਸਬੂਤ ਹੈ ਜੀ, ਬਹੁਤ ਸਬੂਤ ਨੇ। ਜਦੋਂ ਦੇਣੇ ਸ਼ੁਰੂ ਕੀਤੇ ਸਿਰੇ ਭਰਨੇ ਹੋ ਜਾਣੇ। ਤੇ ਫਿਰ ਸ਼ਾਂਤ ਲੁਕੋ ਕੇ ਕਿਉਂ ਬੈਠੇ ਹੋ? ਕਿੱਥੇ, ਮੈਂ ਤੇ ਸ਼ਰੇਆਮ ਚਾਰਜ ਲਾ ਰਿਹਾ। ਸ਼ਰਾਬ 'ਚ ਇਹਨੇ ਪੈਸੇ ਕੱਢੇ ਨੇ। ਸ਼ਰਾਬ ਦੀ ਟ੍ਰੇਡ ਦੇ ਵਿੱਚ 1000 ਕਰੋੜ ਰੁਪਈਆ ਇਹਨਾਂ ਦੀ ਗਵਰਨਮੈਂਟ ਨੇ ਕੱਢਿਆ ਪੰਜਾਬ 'ਚੋਂ। ਇਹਨਾਂ ਦੀ ਗਵਰਨਮੈਂਟ ਨੇ ਪੌਣੇ 250 ਤੋਂ ਪੌਣੇ 300 ਕਰੋੜ ਰੁਪਈਆ ਐਡਵਰਟਾਈਜ਼ਿੰਗ ਤੋਂ ਲੈਂਦੇ ਨੇ। ਤੁਹਾਡੇ ਟੀਵੀ ਚੈਨਲਸ ਕੋਲੋਂ, ਤੁਹਾਡੀਆਂ ਅਖਬਾਰਾਂ ਨੂੰ ਜਿਹੜੀਆਂ ਐਡਸ ਦਿੰਦੇ 25% ਡਿਸਕਾਊਂਟ ਇਹਨਾਂ ਕੋਲ ਵਾਪਸ ਜਾਂਦਾ ਜੀ। ਮਾਈਨਿੰਗ ਦੇ ਵਿੱਚੋਂ 600 ਕਰੋੜ ਰੁਪਈਆ ਸਾਲ ਦਾ ਹੀ ਕਮਾ ਰਹੇ ਨੇ, ਤੇ ਰੈਵਨਿਊ ਦੇ ਵਿੱਚੋਂ ਤੇ ਬਾਕੀ ਚੌਥੀਆਂ ਚੀਜ਼ਾਂ ਤੇ ਇੰਨੀਆਂ ਕੁ ਨੇ, ਜਦੋਂ ਦੱਸਾਂਗੇ ਤੇ ਤੁਹਾਨੂੰ ਆਪ ਸਮਝਾਣੀ ਸ਼ੁਰੂ ਹੋ ਜਾਏਗੀ। ਚਲੋ, ਸਾਡੇ ਕੋਲ ਸਮਾਂ ਇੰਨਾ ਹੀ ਸੀ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਮੈਨੂੰ ਲੱਗਦਾ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਛੋਹ ਲਿਆ ਗੱਲਬਾਤ ਦੇ ਵਿੱਚ, ਜਿਹੜੀਆਂ ਕੁਝ ਰਹਿ ਵੀ ਗਈਆਂ, ਅੱਗੇ ਵੀ ਗੱਲਬਾਤ ਜਾਰੀ ਰਹੇਗੀ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੈਰ, ਅਲਾਈਅੰਸ ਨੂੰ ਲੈ ਕੇ ਜਾਂ ਫਿਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਕਰ ਸਕੀਏ। ਸਭ ਦੇ ਵਿਚਾਲੇ ਪੰਜਾਬ ਸਰਕਾਰ ਨੂੰ ਲੈ ਕੇ ਬਹੁਤ ਤਲਖ ਨਹੀਂ ਪ੍ਰਤਾਪ ਸਿੰਘ ਬਾਜਵਾ। ਦੂਜਾ ਪੁਆਇੰਟ ਜੋ ਇਸ ਪੂਰੀ ਚਰਚਾ 'ਚ ਨਿਕਲ ਕੇ ਸਾਹਮਣੇ ਆਇਆ ਕਿ 13 ਦੀਆਂ 13 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਇਲੈਕਸ਼ਨ ਕਾਂਗਰਸ ਪਾਰਟੀ ਲੜੇਗੀ, ਬੇਸ਼ੱਕ ਇੰਡੀਆ ਅਲਾਈਅੰਸ ਦਾ ਹਿੱਸਾ ਹੋਵੇ। ਇਸ ਖਾਸ ਗੱਲਬਾਤ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ।